ਮੁੱਦਿਆਂ ਦੀ ਗੱਲ ਹੋ ਹੀ ਨਹੀਂ ਰਹੀ। ਜਿਹੜੀਆਂ ਮੰਗਾਂ ਮਸਲੇ ਨੇ ਜਿਨ੍ਹਾਂ ਦੇ ਕਰਕੇ ਲੋਕ ਪਰੇਸ਼ਾਨ ਨੇ, ਜਿਨ੍ਹਾਂ ਕਰਕੇ ਲੋਕ ਸੜਕਾਂ ਤੇ ਬੈਠੇ ਨੇ, ਉਹਦੇ ਬਾਰੇ ਗੱਲ ਹੀ ਨਹੀਂ ਹੋ ਰਹੀ। ਗੱਲ ਫਿਰ ਆਇਡੈਂਟੀਟੀ ਪੋਲੀਟਿਕਸ ਦੀ ਹੋ ਰਹੀ ਹੈ। ਫਿਰ ਤਾਂ ਤੁਹਾਡੇ ਨਾਲੋਂ ਵਧੀਆ ਖੇਡਣ ਵਾਲਾ ਮੋਦੀ ਬੈਠਾ ਹੈ। ਫਿਰ ਤਾਂ ਮੈਨੂੰ ਲੱਗਦਾ ਵੀ ਭਾਜਪਾ ਤੋਂ ਵਧੀਆ ਆਇਡੈਂਟੀਟੀ ਪੋਲੀਟਿਕਸ ਕੋਈ ਹੋਰ ਖੇਡ ਹੀ ਨਹੀਂ ਸਕਦਾ। ਤੁਸੀਂ ਇਹਦੇ ਤੇ ਗੱਲ ਨਹੀਂ ਕਰ ਰਹੇ ਵੀ ਤੁਸੀਂ ਆ ਕੇ ਆਉਣ ਵਾਲੇ 5 ਸਾਲਾਂ ਦੇ ਵਿੱਚ ਕਿਸ ਤਰ੍ਹਾਂ ਦਾ ਰਾਜ ਪ੍ਰਬੰਧ ਕਾਇਮ ਕਰਨਾ, ਕਿਸ ਤਰ੍ਹਾਂ ਦੀਆਂ ਲੋਕਾਂ ਦੀਆਂ ਹਾਲਤਾਂ, ਭਾਵੇਂ ਉਹ 100 ਹੀ ਨੇ ਗਿਣਤੀ ਦੇ ਵਿੱਚ, ਭਾਵੇਂ ਉਹ 1000 ਹੀ ਨੇ, ਤੁਸੀਂ ਉਹਨਾਂ ਨੂੰ ਵੀ ਕਿਵੇਂ ਖੁਸ਼ ਰੱਖਣਾ। ਗੱਲ ਤਾਂ ਉਹਦੀ ਹੋਣੀ ਚਾਹੀਦੀ ਹੈ ਨਾ ਵੀ ਜਿਹੜੇ ਮੰਗਾਂ ਮਸਲੇ ਸਾਰੀਆਂ ਜਾਤਾਂ, ਸਾਰੇ ਧਰਮਾਂ ਦੇ, ਸਾਰੇ ਕੈਟੀ ਲੋਕਾਂ ਦੇ, ਸਾਰੇ ਗਰੀਬ ਲੋਕਾਂ ਦੇ ਸਾਂਝੇ ਨੇ, ਉਹਨਾਂ ਬਾਰੇ ਗੱਲ ਨਹੀਂ ਹੋ ਰਹੀ। ਕਾਂਗਰਸ ਦੇ ਇੱਕ ਨੇਤਾ ਰਾਜਾ ਵੜਿੰਗ ਨੇ ਵੀ ਬਿਆਨ ਦਿੱਤਾ ਸੀ, ਕਹਿੰਦੇ ਸਭ ਨੂੰ ਨੌਕਰੀ ਤਾਂ ਜਿਹੜੀ ਆ ਉਹ ਕਿਸੇ ਦੇ ਵੱਸ ਦੀ ਗੱਲ ਨਹੀਂ ਵੀ ਸਾਰਿਆਂ ਨੂੰ ਨੌਕਰੀ ਦਿੱਤੀ ਜਾਵੇ। ਅੱਜ ਜੇ ਤੁਸੀਂ ਕਹਿੰਦੇ ਹੋ ਵੀ ਨੌਕਰੀਆਂ ਹੈ ਨਹੀਂ, ਤਾਂ ਬਾਲ ਮਜ਼ਦੂਰੀ ਕਿਉਂ ਹੋ ਰਹੀ ਹੈ ਇੱਥੇ? ਬੱਚੇ ਬਹੁਤ ਸਾਰੇ ਮਜ਼ਦੂਰੀ ਕਰਦੇ ਨੇ, ਉਹਨਾਂ ਨੂੰ ਤੁਸੀਂ ਸਕੂਲਾਂ 'ਚ ਪਾਓ, ਸਰਕਾਰੀ ਸਕੂਲ ਖੋਲ੍ਹੋ, ਉਹਨਾਂ ਦੇ ਲਈ ਅਧਿਆਪਕਾਂ ਦੀ ਲੋੜ ਪਊਗੀ, ਉਹਦੇ ਲਈ ਇਨਫਰਾਸਟਰਕਚਰ ਦੀ ਲੋੜ ਪਊਗੀ। ਉਹ ਸਾਰੇ ਕਿੰਨੇ ਲੱਖਾਂ ਮਜ਼ਦੂਰ ਨੇ ਅੱਜ, ਜਿਹੜੇ ਬੱਚੇ ਨੇ ਜਿਹੜੇ ਮਜ਼ਦੂਰੀ ਕਰ ਰਹੇ ਨੇ। ਤਾਂ ਇਸ ਕਰਕੇ ਨੌਕਰੀਆਂ ਕ੍ਰੀਏਟ ਕੀਤੀਆਂ ਜਾ ਸਕਦੀਆਂ ਨੇ ਆਰਾਮ ਨਾਲ। ਆਬਾਦੀ ਜਿੱਡੀ ਵੱਡੀ ਆ, ਉਸ ਆਬਾਦੀ ਨੂੰ ਉਨੀਆਂ ਫੈਸਿਲਿਟੀਆਂ ਦੇਣ ਦੇ ਲਈ ਵੀ ਉਨੇ ਹੀ ਵੱਡੇ ਤੁਹਾਨੂੰ ਸਾਧਨਾਂ ਦੀ ਲੋੜ ਹੈ, ਇਨਫਰਾਸਟਰਕਚਰ ਦੀ ਲੋੜ ਹੈ। ਤਾਂ ਉਹਦੇ ਵਿੱਚ ਨੌਕਰੀਆਂ ਪੈਦਾ ਕੀਤੀਆਂ ਜਾ ਸਕਦੀਆਂ। ਗੱਲ ਸਿਰਫ ਨੀਅਤ ਤੇ ਆ ਕੇ ਰੁਕ ਜਾਂਦੀ ਹੈ ਵੀ ਗਰਾਊਂਡ ਦੇ ਅਸਲ 'ਚ ਮੁੱਦੇ ਕੀ ਨੇ ਜਿਹੜੇ ਸਰਕਾਰਾਂ ਛੂੰਹਦੀਆਂ ਤੱਕ ਨਹੀਂ ਹੈਗੀਆਂ? ਗਰਾਊਂਡ ਦੇ ਮੁੱਦੇ, ਸਭ ਤੋਂ ਵੱਡਾ ਮਸਲਾ ਸਾਰੇ ਲੋਕਾਂ ਦੇ ਲਈ ਇਹ ਆ ਵੀ ਜਿਹੜੀਆਂ ਪਬਲਿਕ ਹੈਲਥ ਸੈਕਟਰ ਹੈ, ਪਬਲਿਕ ਐਜੂਕੇਸ਼ਨ ਸੈਕਟਰ ਹੈ, ਆਨਲਾਈਨ ਪੜ੍ਹਾਈਆਂ ਦੇ ਨਾਮ ਉੱਤੇ ਗੇੜੀ ਖੇਡ ਨੇ ਉਹਨਾਂ ਦੀਆਂ ਜੇਬਾਂ ਨਿਚੋੜ ਕੇ ਛੱਡ ਰੱਖੀਆਂ ਵਾ। ਵੀ ਅੱਜ ਸਾਰੀ ਪੜ੍ਹਾਈਆਂ ਜਿਹੜੇ ਬਿਲਕੁਲ ਸਰਕਾਰੀ ਸਕੂਲਾਂ ਦੇ ਉੱਤੇ ਇਨਵੈਸਟਮੈਂਟ ਹੋਣੀ ਚਾਹੀਦੀ ਆ। ਸਿਰਫ ਕੰਧਾਂ ਨੂੰ ਪੇਂਟ ਕਰਨ ਨਾਲ ਤੇ ਉਹਦੇ ਉੱਤੇ ਸਮਾਰਟ ਸਕੂਲ ਲਿਖਣ ਦੇ ਨਾਲ ਸਕੂਲ ਸਮਾਰਟ ਨਹੀਂ ਹੋ ਜਾਂਦੇ। ਸਿਰਫ ਆਨਲਾਈਨ ਆਪਦੀ ਸਰਵੇ ਕਰਾਉਣ ਦੇ ਨਾਲ ਪੰਜਾਬ ਨੂੰ ਨੰਬਰ 1 ਦਿਖਾਤਾ ਪੜ੍ਹਾਈ ਦੇ ਵਿੱਚ, ਉਹਦੇ ਨਾਲ ਨਹੀਂ ਹੋ ਸਕਦੇ। ਜਦੋਂ ਅਧਿਆਪਕਾਂ ਦੀਆਂ ਤਨਖਾਹਾਂ 3-3 ਹਜ਼ਾਰ 5-5 ਹਜ਼ਾਰ ਨੇ ਤੇ ਉਹ ਇੱਥੇ ਬੈਠੇ ਹਰ ਦੂਜੇ ਦਿਨ ਡੰਡੇ ਖਾ ਰਹੇ ਹੁੰਦੇ ਨੇ ਪੁਲਿਸ ਤੋਂ। ਜੇ ਮੈਂ ਲਾਸਟ 'ਚ ਇਹੀ ਪੁੱਛਾਂ ਵੀ ਕੀ ਖਿਆਲ ਆਉਂਦਾ, ਕਿਹੋ ਜਿਹਾ ਪੰਜਾਬ ਚਾਹੀਦਾ? ਭਗਤ ਸਿੰਘ ਨੇ ਕਿਹਾ ਸੀ, ਇੱਕ ਗੱਲ ਆਖੀ ਸੀ ਉਹਨਾਂ ਨੇ, ਬਈ ਅਸੀਂ ਇੱਕ ਜੰਗ ਛੇੜੀ ਆ ਤੇ ਉਦੋਂ ਤੱਕ ਚੱਲਦੀ ਰਹੂਗੀ ਜਦੋਂ ਤੱਕ ਇੱਕ ਮਨੁੱਖ ਦੇ ਹੱਥੋਂ ਦੂਜੇ ਮਨੁੱਖ ਦੀ ਲੁੱਟ ਨਹੀਂ ਖਤਮ ਹੋ ਜਾਂਦੀ, ਜਦੋਂ ਤੱਕ ਇੱਥੇ ਬਰਾਬਰਤਾ ਦੇ ਆਧਾਰ ਤੇ ਇੱਕ ਸਮਾਜ ਨਹੀਂ ਆ ਜਾਂਦਾ। ਆਪਾਂ ਵੀ ਉਹੀ ਚਾਹੁੰਦੇ ਆ ਵੀ ਇੱਥੇ ਬਰਾਬਰਤਾ ਹੋਵੇ। ਹਰੇਕ ਮਨੁੱਖ ਆ ਜਿਹੜਾ, ਉਹਨੂੰ ਜਿੰਨਾ ਉਹ ਮਤਲਬ ਉਹਦੀਆਂ ਬੇਸਿਕ ਜ਼ਰੂਰਤਾਂ ਨੂੰ ਪੂਰਾ ਕਰਨਾ ਇਹ ਸਰਕਾਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ। ਅਸੀਂ ਟੈਕਸ ਭਰਦੇ ਹਾਂ ਬਹੁਤ, ਤੇ ਉਹਨੂੰ ਰੁਜ਼ਗਾਰ ਦੇਣਾ, ਉਹਨੂੰ ਜਿਹੜੀਆਂ ਬੇਸਿਕ ਚੀਜ਼ਾਂ ਨੇ ਉਹ ਵੀ ਦੇਣਾ ਸਰਕਾਰ ਦੀ ਅੱਜ ਜ਼ਿੰਮੇਵਾਰੀ ਬਣਦੀ ਹੈ। ਇਸ ਕਰਕੇ ਉਹਦੀ ਇੱਕ ਜ਼ਿੰਦਗੀ ਆ ਜਿਹੜੀ ਉਹ ਜਿਉਣ ਲਾਇਕ ਹੋਵੇ, ਕੋਈ ਇੱਕ ਦੂਜੇ ਦੀ ਲੁੱਟ ਨਾ ਕਰੇ, ਬਰਾਬਰਤਾ ਦੇ ਆਧਾਰ 'ਤੇ ਘੱਟੋ ਘੱਟ ਇਹ ਸਮਾਜ ਹੋਵੇ, ਜੋਕਾਂ ਇੱਥੋਂ ਖਤਮ ਹੋਣ ਤੇ ਲੋਕਾਂ ਦੀਆਂ ਸਰਕਾਰਾਂ ਹੋਣ, ਲੋਕ ਇੱਥੇ ਆਪ ਰਾਜ ਕਰਨ। ਮੈਨੂੰ ਲੱਗਦਾ ਵੀ ਉਹੋ ਜਿਹਾ ਇੱਕ ਸਮਾਜ ਅਸੀਂ ਚਾਹੁੰਦੇ ਹਾਂ। ਪੰਜਾਬ ਦੀ ਸਿਆਸਤ ਦੇ ਵਿੱਚ ਹਰ ਬੀਤ ਦੇ ਦਿਨ ਦੇ ਨਾਲ ਨਵੇਂ ਐਲਾਨ ਹੋ ਰਹੇ ਨੇ, ਕਿਉਂਕਿ 2022 ਦੇ ਵਿੱਚ ਇਲੈਕਸ਼ਨ ਹੋਣੇ ਨੇ ਤੇ ਸਾਰੀਆਂ ਪਾਰਟੀਆਂ ਹੁਣ ਤੋਂ ਹੀ ਜ਼ੋਰ ਲਾਉਣ ਲੱਗ ਪਈਆਂ। ਬਹੁਤਾਤ ਗਿਣਤੀ ਦੇ ਵਿੱਚ ਐਲਾਨ ਇਹ ਹੋ ਰਹੇ ਨੇ ਕਿ ਸਾਡਾ ਜਿਹੜਾ CM ਦਾ ਚਿਹਰਾ ਫਲਾਣਾ ਹੋਊਗਾ, ਡਿਪਟੀ CM ਅਸੀਂ ਫਲਾਣੀ ਜ਼ਾਤ ਦੇ ਬੰਦੇ ਨੂੰ ਬਣਾਵਾਂਗੇ। ਮਤਲਬ ਇਹਨਾਂ ਚੀਜ਼ਾਂ ਦੇ ਆਧਾਰ ਦੇ ਉੱਤੇ ਨਾ ਹੁਣ ਤੋਂ ਹੀ ਵੰਡਾਂ ਜਿਹੜੀਆਂ ਨੇ ਉਹ ਪੈ ਗਈਆਂ ਨੇ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਅੰਮ੍ਰਿਤਸਰ ਦੇ ਵਿੱਚ ਆ ਕੇ, ਕਹਿੰਦੇ ਸਾਡਾ CM ਚਿਹਰਾ ਜਿਹੜਾ ਆ ਉਹ ਸਿੱਖ ਸਮਾਜ 'ਚੋਂ ਹੋਊਗਾ। ਦੇਖੋ ਇਹ ਚੀਜ਼ਾਂ ਕਿਸੇ ਨੂੰ ਖੁਸ਼ ਕਰਨਗੀਆਂ, ਪਰ ਦੂਜੇ ਬੰਨੇ ਜਦੋਂ ਅਸੀਂ ਸਵਾਲ ਲੱਭਾਂਗੇ ਨਾ ਤਾਂ ਫਿਰ ਸਾਨੂੰ ਪਤਾ ਲੱਗਦਾ ਵੀ ਉਹ ਲੋਕ ਇਹਨਾਂ ਦੇ ਪਿੱਛੇ ਕਿੰਨਾ ਕੁਛ ਲੁਕੋ ਦਿੰਦੇ ਨੇ। ਹਾਲੇ ਖੈਰ ਇਹ ਕਿਸੇ ਪਾਰਟੀ ਨੇ ਐਲਾਨ ਨਹੀਂ ਕੀਤਾ ਕਿ ਸਾਡਾ CM ਚਿਹਰਾ ਔਰਤ ਵੀ ਹੋ ਸਕਦੀ ਆ, ਕਿਉਂਕਿ ਜਦੋਂ ਅਸੀਂ ਭਾਰਤ ਦਾ ਪਿੱਛੇ ਇਤਿਹਾਸ ਫੋਲ ਕੇ ਵੇਖਦੇ ਹਾਂ, ਰਾਜਨੀਤਿਕ ਇਤਿਹਾਸ ਫੋਲ ਕੇ ਵੇਖਦੇ ਹਾਂ, ਤਾਂ ਗਿਣੇ ਚੁਣੇ ਨਾਂ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ। ਫਿਰ ਜਦੋਂ ਤਾਕਤਾਂ ਦੀ ਗੱਲ ਹੁੰਦੀ ਆ, ਫਿਰ ਉਹਨਾਂ ਕੋਲ ਤਾਕਤਾਂ ਵੀ ਐਸੀਆਂ ਹੁੰਦੀਆਂ ਨੇ ਜਿਹੜੀਆਂ ਤਾਕਤਾਂ ਕੁਝ ਬਹੁਤਾ ਸਮਾਜ ਨੂੰ ਸੁਧਾਰ ਨਹੀਂ ਸਕਦੀਆਂ। ਵੱਡੇ ਵੱਡੇ ਮਹਿਕਮੇ ਜਿਹੜੇ ਨੇ ਉਹ ਆਪਣੇ ਕੋਲੇ ਰੱਖ ਲਏ ਜਾਂਦੇ ਨੇ। ਸੋ ਇਹ ਸਾਰੇ ਵਿਸ਼ਿਆਂ 'ਤੇ ਅੱਜ ਗੱਲਬਾਤ ਕਰਾਂਗੇ ਕਿ ਸਾਡਾ ਮੁਲਕ, ਅਸੀਂ ਕਹੀ ਜਾਂਦੇ ਹਾਂ ਨਾ ਕਿ ਬਦਲਾਅ ਆ ਗਿਆ, 21ਵੀਂ ਸਦੀ ਆ। 2022 ਦੀਆਂ ਅਸੀਂ ਜਿਹੜੀਆਂ ਇਲੈਕਸ਼ਨਸ ਉਹ ਜਿਹੜੀਆਂ ਕੰਟੈਸਟ ਕਰਨੀਆਂ ਨੇ ਅਗਲੇ ਵਰੇ, ਪਰ ਮਸਲੇ ਫਿਰ ਉੱਥੇ ਜਾ ਕੇ ਖੜ੍ਹ ਜਾਣੇ ਨੇ ਕਿ ਸਿੱਖ ਚਿਹਰਾ ਹੋਊਗਾ, ਦਲਿਤ ਚਿਹਰਾ ਹੋਊਗਾ। ਇਹ ਕਿਉਂ ਨਹੀਂ ਕਿਹਾ ਜਾਂਦਾ ਕਿ ਇੰਨਾ ਪੜ੍ਹਿਆ ਹੋਊਗਾ, ਇਸ ਖੇਤਰ 'ਚੋਂ ਹੋਊਗਾ? ਮੇਰੇ ਨਾਲ ਪੰਜਾਬ ਸਟੂਡੈਂਟ ਯੂਨੀਅਨ ਲਲਕਾਰ ਦੇ ਮੈਂਬਰ ਅਮਨਦੀਪ ਕੌਰ ਨੇ। ਅਮਨਦੀਪ ਉਹ ਚਿਹਰਾ ਜਿਹੜਾ ਬੇਬਾਕੀ ਨਾਲ ਬੋਲਦਾ, ਨੌਜਵਾਨ ਹੈ। ਤੁਸੀਂ ਵੇਖਦੇ ਹੋ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿੰਨੇ ਵੀ ਪ੍ਰੋਟੈਸਟ ਹੋਏ ਉਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਇਹਨਾਂ ਆਵਾਜ਼ਾਂ ਨੂੰ ਲਿਆਉਣ ਦਾ ਮਕਸਦ ਇਹ ਆ ਕਿ ਇਹਨਾਂ ਦੀ ਆਵਾਜ਼ ਜਿਹੜੀ ਆ ਉਹ ਨੌਜਵਾਨਾਂ ਤੱਕ ਬੜੀ ਆਸਾਨੀ ਨਾਲ ਪਹੁੰਚਦੀ ਆ।
ਅਮਨਦੀਪ ਸਵਾਗਤ। ਬਹੁਤ ਬਹੁਤ ਧੰਨਵਾਦ ਜੀ। ਕੀ ਲੱਗਦਾ ਵੀ ਅਗਲੀਆਂ ਵੋਟਾਂ ਵੀ ਲੰਘ ਜਾਣਗੀਆਂ ਆਈ ਵੀ ਸਾਡਾ ਚਿਹਰਾ ਜੀ ਦਲਿਤ ਹੋਊਗਾ, ਸਾਡਾ ਚਿਹਰਾ ਹੈ ਨਾ ਕੋਈ ਹੋਰ ਹੋਊਗਾ, ਕਿਸੇ ਸਮਾਜ 'ਚ ਹੋਊਗਾ, ਫਲਾਣੇ ਧਰਮ 'ਚ ਹੋਊਗਾ? ਮਤਲਬ ਤੁਹਾਡੀ ਜਿਵੇਂ ਤੁਸੀਂ ਸਾਰੀ ਭੂਮਿਕਾ ਬੰਨੀ ਹੈ ਨਾ, ਉਹੀ ਗੱਲ ਹੋ ਰਹੀ ਹੈ ਵੀ ਜਮਾਂ ਹੀ ਮੁੱਦਿਆਂ ਦੀ ਗੱਲ ਹੋ ਹੀ ਨਹੀਂ ਰਹੀ। ਜਿਹੜੀਆਂ ਮੰਗਾਂ ਮਸਲੇ ਨੇ ਜਿਨ੍ਹਾਂ ਦੇ ਕਰਕੇ ਲੋਕ ਪਰੇਸ਼ਾਨ ਨੇ, ਜਿਨ੍ਹਾਂ ਕਰਕੇ ਲੋਕ ਸੜਕਾਂ ਤੇ ਬੈਠੇ ਨੇ, ਉਹਦੇ ਬਾਰੇ ਗੱਲ ਹੀ ਨਹੀਂ ਹੋ ਰਹੀ। ਗੱਲ ਫੇਰ ਆਇਡੈਂਟੀਟੀ ਪੋਲਿਟਿਕਸ ਦੀ ਹੋ ਰਹੀ ਹੈ। ਫਿਰ ਤਾਂ ਤੁਹਾਡੇ ਨਾਲੋਂ ਵਧੀਆ ਖੇਡਣ ਵਾਲਾ ਮੋਦੀ ਬੈਠਾ ਹੈ। ਫਿਰ ਤਾਂ ਮੈਨੂੰ ਲੱਗਦਾ ਵੀ ਭਾਜਪਾ ਤੋਂ ਵਧੀਆ ਆਇਡੈਂਟੀਟੀ ਪੋਲਿਟਿਕਸ ਕੋਈ ਹੋਰ ਖੇਡ ਹੀ ਨਹੀਂ ਸਕਦਾ। ਫਿਰ ਤਾਂ ਉਹਨਾਂ ਨੂੰ ਕਮਾਂਡ ਦੇ ਦੇਣੀ ਚਾਹੀਦੀ ਵੀ ਜਦੋਂ ਤੁਸੀਂ ਹੀ ਖੇਡ ਸਕਦੇ ਹੋ ਵਧੀਆ ਤਾਂ ਤੁਸੀਂ ਹੀ ਖੇਡੋ। ਆਇਡੈਂਟੀਟੀ ਪੋਲਿਟਿਕਸ ਲੰਬੇ ਸਾਰੇ ਕਰਦੇ ਆਏ ਨੇ, ਪਰ ਕੀ ਇਹਨਾਂ ਦੇ ਵਿੱਚੋਂ ਕਿਹਨੇ ਕੀ ਸਵਾਰ ਲਿਆ ਆਪਾਂ ਇਤਿਹਾਸ ਚੱਕ ਕੇ ਦੇਖਿਆ ਤਾਂ ਕੋਈ ਬਹੁਤਾ ਲੋਕਾਂ ਦੀਆਂ ਹਾਲਤਾਂ ਕੋਈ ਬਹੁਤੀਆਂ ਬਦਲੀਆਂ ਨਹੀਂ। ਰਾਮਨਾਥ ਕੋਵਿੰਦ ਦਲਿਤ ਹੋਣ ਦੇ ਦਲਿਤ ਇੱਕ ਆਪਣਾ ਪ੍ਰੈਜ਼ੀਡੈਂਟ ਲਗਾਇਆ ਗਿਆ, ਪਰ ਫਿਰ ਵੀ ਦਲਿਤਾਂ ਦੀਆਂ ਹਾਲਤਾਂ ਉਹਦੇ ਵਿੱਚ ਕੋਈ ਸੁਧਾਰ ਨਹੀਂ ਆਇਆ। ਇਸ ਕਰਕੇ ਆਇਡੈਂਟੀਟੀ ਪੋਲਿਟਿਕਸ ਕੋਈ ਸੋਲਿਊਸ਼ਨ ਨਹੀਂ ਹੈ। ਜਿਵੇਂ ਨਾ ਪਿੰਡਾਂ 'ਚ ਆਮ ਤੌਰ 'ਤੇ ਹੁੰਦਾ ਵੀ ਫਲਾਣੇ ਹੈ ਨਾ ਗੋਤ ਵਾਲੇ ਬੰਦੇ ਬਹੁਤੇ ਨੇ ਜੀ, ਸਰਪੰਚੀ ਦੀਆਂ ਵੋਟਾਂ ਨੇ ਵੀ ਉਹਨਾਂ ਕੋਲ ਵੋਟ ਜ਼ਿਆਦਾ ਆ, ਤੁਸੀਂ ਲੜਨ ਨਾਲੋਂ ਸੰਮਤੀ ਉਹ ਕਰ ਲਓ। ਤੁਹਾਡੇ ਕਹਿਣ ਦਾ ਮਤਲਬ ਵੀ ਮੋਦੀ ਕੋਲੇ ਹੈ ਨਾ ਇਹ ਤਾਕਤ ਜ਼ਿਆਦਾ ਵੀ ਉਹਨੂੰ ਇੱਦਾਂ ਹੀ ਬਣਾ ਦਿਓ ਫਿਰ ਦੁਬਾਰਾ? ਨਹੀਂ, ਬਿਲਕੁਲ। ਜੇ ਮਤਲਬ ਆਇਡੈਂਟੀਟੀ ਪੋਲਿਟਿਕਸ ਦਾ ਮਤਲਬ ਇਹ ਹੈ ਵੀ ਤੁਸੀਂ ਅਸਲ ਮੁੱਦੇ ਤੇ ਗੱਲ ਨਹੀਂ ਕਰਨੀ। ਤੁਸੀਂ ਸਿਰਫ ਕਿਉਂਕਿ ਤੁਹਾਡੀ ਆਇਡੈਂਟੀਟੀ, ਤੁਸੀਂ ਹੁਣ ਪੰਜਾਬ ਦੇ ਵਿੱਚ ਜਦੋਂ ਆ ਕੇ ਰਾਜਨੀਤੀ ਕਰਦੇ ਹੋ, ਤੁਹਾਨੂੰ ਪਤਾ ਵੀ ਇੱਥੇ ਦਲਿਤਾਂ ਦੀ ਬਹੁਤ ਵੱਡੀ ਗਿਣਤੀ ਹੈ, ਸਿੱਖਾਂ ਦੀ ਬਹੁਤ ਵੱਡੀ ਗਿਣਤੀ ਹੈ, ਤੇ ਰਾਜਨੀਤੀ ਦੇ ਵਿੱਚ ਇਹ ਭਾਰੂ ਰਹਿੰਦੀਆਂ ਨੇ। ਇਹਨਾਂ ਚੀਜ਼ਾਂ ਨਾਲ ਬਹੁਤ ਫਰਕ ਪੈਣਾ ਤੁਹਾਨੂੰ। ਮਤਲਬ ਤੁਸੀਂ ਕਿਸ ਚੀਜ਼ ਦੇ ਤੋਂ ਤੈਅ ਕਰ ਰਹੇ ਹੋ ਵੀ ਤੁਹਾਡਾ ਚਿਹਰਾ ਕੌਣ ਹੋਊਗਾ, ਉਹ ਸਿਰਫ ਇਸ ਗੱਲ ਤੋਂ ਵੀ ਤੁਸੀਂ ਵੋਟਾਂ ਦੀਆਂ ਗਿਣਤੀਆਂ ਮਿਹਨਤੀਆਂ ਲਾ ਰਹੇ ਹੋ ਵੀ ਸਾਡੀਆਂ ਵੋਟਾਂ ਕਿਵੇਂ ਵੱਧ ਹਾਸਲ ਕੀਤੀਆਂ ਜਾ ਸਕਦੀਆਂ ਨੇ। ਤੁਸੀਂ ਇਹਦੇ ਤੇ ਗੱਲ ਨਹੀਂ ਕਰ ਰਹੇ ਵੀ ਤੁਸੀਂ ਆ ਕੇ ਆਉਣ ਵਾਲੇ 5 ਸਾਲਾਂ ਦੇ ਵਿੱਚ ਕਿਸ ਤਰ੍ਹਾਂ ਦਾ ਰਾਜ ਪ੍ਰਬੰਧ ਕਾਇਮ ਕਰਨਾ, ਕਿਸ ਤਰ੍ਹਾਂ ਦੀਆਂ ਲੋਕਾਂ ਦੀਆਂ ਹਾਲਤਾਂ, ਭਾਵੇਂ ਉਹ 100 ਹੀ ਨੇ ਗਿਣਤੀ ਦੇ ਵਿੱਚ, ਭਾਵੇਂ ਉਹ 1000 ਹੀ ਨੇ, ਤੁਸੀਂ ਉਹਨਾਂ ਨੂੰ ਵੀ ਕਿਵੇਂ ਖੁਸ਼ ਰੱਖਣਾ। ਗੱਲ ਤਾਂ ਉਹਦੀ ਹੋਣੀ ਚਾਹੀਦੀ ਹੈ ਨਾ ਵੀ ਸਾਰੇ ਹੀ ਲੋਕ ਜਿਨ੍ਹਾਂ ਦੀਆਂ, ਹੁਣ ਦੇਖੋ ਆਇਡੈਂਟੀਟੀ ਪੋਲਿਟਿਕਸ ਦੇ ਵਿੱਚ ਤੁਸੀਂ ਵੋਟਾਂ ਬਟੋਰ ਲੋਗੇ ਕਿਉਂਕਿ ਲੋਕਾਂ ਦਾ ਇੱਕਦਮ ਇੱਕ ਵਾਰ ਉਤਸ਼ਾਹ ਉੱਤੇ ਆਉਂਦਾ ਹੈ। ਲੋਕ ਉਸੇ ਹਿਸਾਬ ਨਾਲ ਜਿਵੇਂ ਸਾਡੇ ਚੱਲ ਰਿਹਾ ਪਿਛਲੇ ਲੰਬੇ ਟਾਈਮ ਦੇ ਉੱਤੋਂ, ਜਿਵੇਂ ਮੈਨੂੰ ਯਾਦ ਆ ਵੀ ਮੇਰੇ ਨਾਨਾ ਨਾਨੀ ਦਾਦਾ ਦਾਦੀ ਇਹੀ ਕਹਿੰਦੇ ਹੁੰਦੇ ਸੀ ਵੀ ਨਹੀਂ ਵੀ ਬਾਈ ਸਾਡੀ ਵੋਟ ਤਾਂ ਪੱਕੀ ਅਕਾਲੀਆਂ ਨੂੰ ਜਾਣੀ ਹੈ, ਤਾਂ ਪੰਥ ਦੀ ਵੋਟ ਹੈ ਨਾ। ਇਹ ਉਸ ਵੇਲੇ ਇਹ ਮਾਨਸਿਕਤਾ ਹੁੰਦੀ ਸੀ। ਇਹੀ ਮਾਨਸਿਕਤਾ ਅੱਜ ਵੀ ਇਹ ਕਾਇਮ ਕਰ ਰਹੇ ਨੇ ਵੀ ਆਈ ਵੋਟਾਂ ਜਿਹੜੀਆਂ ਉਹ ਲਈਆਂ ਜਾਣਗੀਆਂ, ਨਾ ਕਿ ਉਹਨਾਂ ਮੰਗਾਂ ਮਸਲਿਆਂ ਉੱਤੇ ਗੱਲ ਕਰਕੇ ਜਿਨ੍ਹਾਂ ਦੇ ਕਰਕੇ ਬਹੁਤੇ ਲੋਕ ਜਿਹੜੇ ਕਿਰਤੀ ਲੋਕ ਅੱਜ ਬੈਠੇ, ਜਿਹੜੇ ਸਾਡੇ ਵਰਗੇ ਬੇਰੁਜ਼ਗਾਰ ਨੌਜਵਾਨ ਫਿਰਦੇ ਨੇ। ਕੈਪਟਨ ਨੇ ਵਾਅਦਾ ਕੀਤਾ ਸੀਗਾ ਘਰ ਘਰ ਨੌਕਰੀ ਦਾ, ਉਹ ਵਾਅਦਾ ਸਭ ਨੂੰ ਪਤਾ ਵੀ ਕੀ ਉਹਦਾ ਦਿਵਾਲੀਆ ਨਿਕਲ ਚੁੱਕਿਆ। 4.5 ਸਾਲ ਹੋ ਗਏ ਨੇ, ਅੱਜ ਹਜੇ ਵੀ ਬਹੁਤ ਮਾੜੀਆਂ ਹਾਲਤਾਂ ਨੇ। ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ, ਜਿਹੜੇ ਮੰਗਾਂ ਮਸਲੇ ਸਾਰੀਆਂ ਜਾਤਾਂ, ਸਾਰੇ ਧਰਮਾਂ ਦੇ, ਸਾਰੇ ਕਿਰਤੀ ਲੋਕਾਂ ਦੇ, ਸਾਰੇ ਗਰੀਬ ਲੋਕਾਂ ਦੇ ਸਾਂਝੇ ਨੇ, ਉਹਨਾਂ ਬਾਰੇ ਗੱਲ ਨਹੀਂ ਹੋ ਰਹੀ ਹੈਗੀ। ਅੱਛਾ, ਨੌਜਵਾਨ ਹੋਣ ਦੇ ਨਾਤੇ ਹੈ ਨਾ, ਕਿਉਂਕਿ ਤੁਸੀਂ ਜਿਹੜੇ ਦੌਰ 'ਚੋਂ ਗੁਜ਼ਰ ਰਹੇ ਹੋ, ਪੜ੍ਹ ਕੇ ਹਰ ਇੱਕ ਨੂੰ ਇੱਕ ਉਮੀਦ ਹੁੰਦੀ ਹੈ ਕਿ ਨੌਕਰੀ ਮਿਲ ਜਾਵੇ ਚੰਗੀ ਤਰ੍ਹਾਂ। ਹੁਣ ਇੱਥੇ ਇਹ ਤਾਂ ਨਹੀਂ ਹੁੰਦਾ ਕਿ ਫਲਾਣੇ ਧਰਮ ਦੇ ਨੌਜਵਾਨ ਜਿਹੜੇ ਨੇ ਉਹ ਨੌਕਰੀ ਮੰਗ ਰਹੇ ਨੇ, ਫਲਾਣੇ ਧਰਮ ਦੇ ਨੌਜਵਾਨ ਜੀ ਕੁਛ ਹੋਰ ਹੀ ਚੀਜ਼ ਮੰਗ ਰਹੇ ਨੇ। ਮਤਲਬ ਇੱਥੇ ਯੂਨੀਵਰਸਿਟੀ ਦਾ ਮਾਹੌਲ ਕੀ ਆ? ਕੀ ਧਰਮਾਂ ਦੇ ਆਧਾਰ 'ਤੇ ਮੰਗ ਹੁੰਦੀ ਹੈ ਕੋਈ? ਨਹੀਂ, ਬਿਲਕੁਲ ਨਹੀਂ। ਵਿਦਿਆਰਥੀਆਂ ਦੀਆਂ ਸਾਰੀਆਂ ਮੰਗਾਂ, ਹੁਣ ਵਿਦਿਆਰਥੀਆਂ ਦੇ ਮੰਗਾਂ ਮਸਲੇ ਕੀ ਨੇ ਵੀ ਇੱਥੇ ਸਭ ਨੂੰ ਮੁਫਤ ਸਿੱਖਿਆ ਹੋਵੇ, ਸਸਤੀ ਸਿੱਖਿਆ ਹੋਵੇ, ਸਰਕਾਰੀ ਕਾਲਜ ਯੂਨੀਵਰਸਿਟੀਆਂ ਵੱਧ ਖੋਲ੍ਹੇ ਜਾਣ, ਸਾਡੀਆਂ ਫੀਸਾਂ ਨਾ ਵਧਣ, ਹੋਸਟਲ ਸਾਰਿਆਂ ਨੂੰ ਮਿਲੇ। ਹੁਣ ਅਸੀਂ ਇਹ ਥੋੜ੍ਹਾ ਕਹਿੰਦੇ ਆ ਵੀ ਇਕੱਲੇ ਤੁਸੀਂ ਦਲਿਤਾਂ ਨੂੰ ਹੋਸਟਲ ਦੇ ਦਿਓ ਜਾਂ ਫਿਰ ਇਕੱਲੇ ਜਨਰਲ ਕੈਟੇਗਰੀ ਵਾਲਿਆਂ ਨੂੰ ਹੋਸਟਲ ਦੇ ਦਿਓ, ਜਾਂ ਜਿਹੜੇ ਸਿੱਖਾਂ ਦੇ ਨੇ ਜਾਂ ਪੰਜਾਬ ਦੇ ਨੇ ਇਕੱਲੇ ਉਹਨਾਂ ਨੂੰ ਹੋਸਟਲ ਦੇ ਦਿਓ। ਆਪਾਂ ਕਹਿੰਦੇ ਆ ਵੀ ਜਿਹੜਾ ਪੜ੍ਹਨਾ ਚਾਹੁੰਦਾ ਉਹਨੂੰ ਪੜ੍ਹਨ ਦਾ ਅਧਿਕਾਰ, ਪੜ੍ਹਾਈ ਕਰਵਾਉਣਾ ਉਹਦੀ, ਜਿੱਥੋਂ ਤੱਕ ਉਹ ਪੜ੍ਹਨਾ ਚਾਹੁੰਦਾ, ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ। ਇਸ ਕਰਕੇ ਸਰਕਾਰ ਮੁਫਤ ਸਿੱਖਿਆ ਹਰੇਕ ਨੂੰ ਮੁਹੱਈਆ ਕਰਵਾਵੇ। ਦੂਜੀ ਗੱਲ, ਇਹਦੇ ਬਾਅਦ ਜਦੋਂ ਅਸੀਂ ਡਿਗਰੀਆਂ ਲੈ ਲੈਂਦੇ ਹਾਂ ਹੱਥਾਂ ਵਿੱਚ, ਸਾਨੂੰ ਰੁਜ਼ਗਾਰ ਚਾਹੀਦਾ। ਉਹ ਵੀ ਰੁਜ਼ਗਾਰ ਸਾਡਾ ਕੋਈ ਰਿਜ਼ਰਵੇਸ਼ਨ ਦੇ ਬੇਸ 'ਤੇ ਨਹੀਂ, ਉਹ ਵੀ ਸਾਡਾ ਰੁਜ਼ਗਾਰ ਆ ਜਿਹੜਾ ਉਹ ਸਾਰਿਆਂ ਨੂੰ, ਸਭ ਨੂੰ ਮਿਲਣਾ ਚਾਹੀਦਾ। ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਰੁਜ਼ਗਾਰ ਦੀ, ਉਦੋਂ ਸਾਰੇ ਲੋਕਾਂ ਨੇ ਡਿਗਰੀਆਂ ਕੀਤੀਆਂ ਹੁੰਦੀਆਂ ਨੇ, ਸਾਰੇ ਪੜ੍ਹੇ ਹੁੰਦੇ ਨੇ, ਸਭ ਨੇ 33% ਚਾਹੇ ਪਾਸ ਪਰਸੈਂਟੇਜ ਆ। ਜਿਹੜਾ ਪੜ੍ਹਿਆ ਹੋਇਆ, ਜਿਹਨੂੰ ਜਿਸ ਕਾਬਿਲ ਵੀ ਰੁਜ਼ਗਾਰ ਜਿਹਦਾ ਹੈ, ਉਹਨੂੰ ਰੁਜ਼ਗਾਰ ਮਿਲਣਾ ਚਾਹੀਦਾ। ਤਾਂ ਆਪਾਂ ਜਦੋਂ ਇੱਥੇ ਮੰਗਾਂ ਮਸਲਿਆਂ 'ਤੇ ਕੋਈ ਉਹ ਨਹੀਂ ਪਾਉਂਦੇ, ਪਾੜੇ ਨਹੀਂ ਪਾਉਂਦੇ। ਇਵੇਂ ਹੀ ਰਾਜਨੇਤਾਵਾਂ ਨੂੰ ਵੀ ਚਾਹੀਦਾ ਜਿਹੜੇ ਉੱਤੇ ਬੈਠੇ ਇਹ ਪੋਲੀਟਿਕਸ ਖੇਡ ਰਹੇ ਨੇ, ਦਰਅਸਲ ਖੇਡ ਹੀ ਖੇਡੀ ਜਾ ਰਹੀ ਹੈ ਇਹ 6 ਮਹੀਨਿਆਂ ਦੇ ਲਈ ਸਿਰਫ, ਇਹਨਾਂ ਨੂੰ ਵੀ ਚਾਹੀਦਾ ਵੀ ਇਹ ਅਸਲ ਮੰਗਾਂ ਮਸਲਿਆਂ ਦੇ ਉੱਤੇ ਗੱਲ ਕਰਨ। ਤੁਸੀਂ ਹੈ ਨਾ ਬਹੁਤ ਵਾਰੀ ਤੁਹਾਡੇ 'ਚ ਵੀ ਇਹ ਗੱਲ ਜਿਹੜੀ ਆ ਵਿਚਾਰੀ ਜਾਂਦੀ ਹੋਣੀ ਆ, ਸਵਾਲ ਵੀ ਉੱਠਦਾ ਹੋਣਾ ਨਾ। ਕਾਂਗਰਸ ਦੇ ਇੱਕ ਨੇਤਾ ਰਾਜਾ ਵੜਿੰਗ ਨੇ ਵੀ ਬਿਆਨ ਦਿੱਤਾ ਸੀ, ਕਹਿੰਦੇ ਸਭ ਨੂੰ ਨੌਕਰੀ ਤਾਂ ਜਿਹੜੀ ਆ ਉਹ ਕਿਸੇ ਦੇ ਵੱਸ ਦੀ ਗੱਲ ਨਹੀਂ ਵੀ ਸਾਰਿਆਂ ਨੂੰ ਨੌਕਰੀ ਦਿੱਤੀ ਜਾਵੇ। ਮਤਲਬ ਇਹ ਕਿੱਦਾਂ ਪੋਸੀਬਲ ਹੋਊਗਾ? ਹਰ ਬੰਦੇ ਨੂੰ ਰੁਜ਼ਗਾਰ ਕਿਵੇਂ ਮਿਲੂਗਾ? ਹੁਣ ਜਦੋਂ ਘਰ ਘਰ ਰੁਜ਼ਗਾਰ ਦੀ ਗੱਲ ਆਉਂਦੀ ਹੈ, ਕਾਂਗਰਸ ਦੀ ਸਰਕਾਰ ਜਿਹੜੀ ਆ ਉਹ ਅੰਕੜੇ ਸਾਹਮਣੇ ਰੱਖ ਦਿੰਦੀ ਆ। ਉਹਦੇ 'ਚ ਚਾਹੇ ਪ੍ਰਾਈਵੇਟ ਜਿਹੜੀਆਂ ਕੋਈ ਵੀ ਸੈਕਟਰ ਦੀਆਂ ਜਿਹੜੀਆਂ ਕੰਪਨੀਆਂ ਨੇ, ਉਹਦੇ 'ਚ ਚਾਹੇ ਕੋਈ 10,000 ਨੂੰ ਭਰਤੀ ਹੋਇਆ, ਕੋਈ 8 ਨੂੰ ਹੋਇਆ। ਮਤਲਬ
ਕੀ ਮੰਗ ਹੋ ਸਕਦੀ ਹੈ ਵੀ ਸਭ ਨੂੰ ਸਰਕਾਰੀ ਨੌਕਰੀ ਮਿਲੇ? ਸਭ ਕੁਝ ਤਾਂ ਪਹਿਲਾਂ ਹੀ ਪ੍ਰਾਈਵੇਟਾਈਜੇਸ਼ਨ ਹੋ ਰਹੀ ਆ, ਹੈ ਨਾ? ਉਹ ਤਾਂ ਸਰਕਾਰ ਦੀ ਗਲਤੀ ਹੈ ਨਾ ਵੀ ਅੱਜ ਚੰਡੀਗੜ੍ਹ ਦਾ ਬਿਜਲੀ ਮਹਿਕਮਾ ਜਿਹੜਾ ਇੰਨਾ ਮੁਨਾਫਾ ਕਮਾ ਕੇ ਦਿੰਦਾ, ਜਿੱਥੇ ਲੋਕ ਵੀ ਖੁਸ਼ ਨੇ ਕਿਉਂਕਿ ਉੱਥੇ 3-4 ਰੁਪਏ ਯੂਨਿਟ ਹੈ ਸਾਰੀ ਉਹਨਾਂ ਨੂੰ ਪੈਂਦੀ, ਤੇ ਉਹ ਬਿਜਲੀ ਮਹਿਕਮਾ ਹੈ ਵੀ ਮੁਨਾਫੇ 'ਚ, ਪਰ ਫਿਰ ਵੀ ਸਰਕਾਰ ਉਹਨੂੰ ਪ੍ਰਾਈਵੇਟ ਕੰਪਨੀ ਨੂੰ ਵੇਚ ਰਹੀ ਆ। ਇਹ ਤਾਂ ਸਰਕਾਰ ਨੇ ਪਾਲਿਸੀ ਅਪਣਾਈ ਹੋਈ ਹੈ ਵੀ ਜਾਂ ਤਾਂ ਤੁਸੀਂ ਰੇਲਵੇ ਵਰਗੇ ਮਹਿਕਮਿਆਂ ਨੂੰ ਦਿਵਾਲੀਆ ਕੱਢ ਦਿਓ ਉਹਨਾਂ ਦਾ, ਤਾਂ ਤੁਸੀਂ ਵੇਚ ਦਿਓ ਵੀ ਭਾਈ ਇਹ ਘਾਟੇ 'ਚ ਜਾ ਰਹੇ ਨੇ, ਜਿਹੜੇ ਫਿਰ ਮੁਨਾਫੇ 'ਚ ਜਾ ਰਹੇ ਨੇ ਫਿਰ ਉਹਨਾਂ ਨੂੰ ਵੀ ਵੇਚ ਦਿਓ। ਹੁਣ ਇਹਦੇ ਨਾਲ ਕੀ ਹੋ ਰਿਹਾ ਵੀ ਉਹ ਅਸਲ ਵਿੱਚ ਸਰਕਾਰ ਲੋਕਾਂ ਦਾ ਨਹੀਂ ਨਾ ਫਾਇਦਾ ਦੇਖ ਰਹੀ, ਸਰਕਾਰ ਜਿਹੜੇ ਉੱਤੇ ਵਾਲੇ ਜੋਕਾਂ ਨੇ ਜਿਹੜੀਆਂ ਅਸਲ ਵਿੱਚ ਸਾਡਾ ਖੂਨ ਚੂਸ ਰਹੀਆਂ ਨੇ, ਸਰਕਾਰ ਸਿਰਫ ਉਹਨਾਂ ਦਾ ਫਾਇਦਾ ਦੇਖ ਰਹੀ ਆ। ਇਸ ਕਰਕੇ ਉਹਨਾਂ ਦੇ ਲਈ ਸਾਰੀਆਂ ਪਾਲਿਸੀਆਂ ਬਣਾਈਆਂ ਜਾ ਰਹੀਆਂ ਨੇ। ਜੇ ਪ੍ਰਾਈਵੇਟ ਖੇਤਰ ਦੇ ਵਿੱਚ ਤੁਹਾਨੂੰ 5-5 7-7 10-10 ਹਜ਼ਾਰ ਦੇ ਨਾਲ ਨਿਚੋੜਿਆ ਜਾ ਰਿਹਾ ਤੁਹਾਡਾ ਖੂਨ, ਤੁਹਾਡੀ ਖੂਨ ਪਸੀਨੇ ਦੀ ਕਮਾਈ, ਤੁਹਾਡੀ ਮਤਲਬ ਸਾਰੀ ਮਿਹਨਤ ਆ ਜਿਹੜੀ ਉਹ ਲੁੱਟੀ ਜਾ ਰਹੀ ਆ, ਤਾਂ ਇਹੀ ਜੇ ਸਰਕਾਰੀ ਖੇਤਰ ਹੁੰਦਾ, ਕਿਉਂ ਸਰਕਾਰਾਂ ਦੇ ਅੱਜ ਖਜ਼ਾਨੇ ਨੀਰਵ ਮੋਦੀ ਵਰਗਿਆਂ ਲਈ ਖੁੱਲ੍ਹ ਜਾਂਦੇ ਨੇ, ਕਿਉਂ ਬੈਂਕਾਂ ਦੇ ਦੁਆਰ ਵੀ ਉਹਨਾਂ ਲਈ ਖੁੱਲ੍ਹ ਜਾਂਦੇ ਨੇ, ਤੇ ਜਦੋਂ ਲੋਕਾਂ ਦੀ ਗੱਲ ਆਉਂਦੀ ਆ ਉਦੋਂ ਸਾਰਾ ਕੁਝ ਬੰਦ ਹੋ ਜਾਂਦਾ। ਅੱਜ ਜੇ ਤੁਸੀਂ ਕਹਿੰਦੇ ਹੋ ਵੀ ਨੌਕਰੀਆਂ ਹੈ ਨਹੀਂ, ਤਾਂ ਬਾਲ ਮਜ਼ਦੂਰੀ ਕਿਉਂ ਹੋ ਰਹੀ ਹੈ? ਇੱਥੇ ਬੱਚੇ ਬਹੁਤ ਸਾਰੇ ਮਜ਼ਦੂਰੀ ਕਰਦੇ ਨੇ, ਉਹਨਾਂ ਨੂੰ ਤੁਸੀਂ ਸਕੂਲਾਂ 'ਚ ਪਾਓ, ਸਰਕਾਰੀ ਸਕੂਲ ਖੋਲ੍ਹੋ, ਉਹਨਾਂ ਦੇ ਲਈ ਅਧਿਆਪਕਾਂ ਦੀ ਲੋੜ ਪਊਗੀ, ਉਹਦੇ ਲਈ ਇਨਫਰਾਸਟ੍ਰਕਚਰ ਦੀ ਲੋੜ ਪਊਗੀ। ਉਹ ਸਾਰੇ ਕਿੰਨੇ ਲੱਖਾਂ ਮਜ਼ਦੂਰ ਨੇ ਅੱਜ ਜਿਹੜੇ ਬੱਚੇ ਨੇ ਜਿਹੜੇ ਮਜ਼ਦੂਰੀ ਕਰ ਰਹੇ ਨੇ, ਤਾਂ ਇਸ ਕਰਕੇ ਨੌਕਰੀਆਂ ਕ੍ਰੀਏਟ ਕੀਤੀਆਂ ਜਾ ਸਕਦੀਆਂ ਨੇ ਆਰਾਮ ਨਾਲ। ਆਬਾਦੀ ਜਿੱਡੀ ਵੱਡੀ ਆ, ਉਸ ਆਬਾਦੀ ਨੂੰ ਉਨੀਆਂ ਫੈਸਿਲਿਟੀਆਂ ਦੇਣ ਦੇ ਲਈ ਵੀ ਉਨੇ ਹੀ ਵੱਡੇ ਤੁਹਾਨੂੰ ਸਾਧਨਾਂ ਦੀ ਲੋੜ ਹੈ, ਇਨਫਰਾਸਟ੍ਰਕਚਰ ਦੀ ਲੋੜ ਹੈ, ਤਾਂ ਉਹਦੇ ਵਿੱਚ ਨੌਕਰੀਆਂ ਪੈਦਾ ਕੀਤੀਆਂ ਜਾ ਸਕਦੀਆਂ। ਗੱਲ ਸਿਰਫ ਨੀਅਤ ਤੇ ਆ ਕੇ ਰੁਕ ਜਾਂਦੀ ਹੈ ਵੀ ਅੱਛਾ, ਜਿਵੇਂ ਤੁਹਾਡੀ ਜਥੇਬੰਦੀ ਆ, ਹੋਰ ਬਹੁਤ ਜਥੇਬੰਦੀਆਂ ਨੇ ਜਿਹੜੀਆਂ ਆਵਾਜ਼ ਚੱਕਦੀਆਂ ਨੇ, ਸਰਕਾਰ ਤੋਂ ਸਵਾਲ ਪੁੱਛਦੀਆਂ ਨੇ। ਭਾਜਪਾ ਦੇ ਇੱਕ ਪੰਜਾਬ ਦੇ ਲੀਡਰ ਨੇ ਹਰਜੀਤ ਸਿੰਘ ਗਰੇਵਾਲ, ਉਹ ਬਿਆਨ ਦਿੰਦੇ ਨੇ, ਕਹਿੰਦੇ ਜਿੱਥੇ ਇਹ ਲਾਲ ਝੰਡੇ ਵਾਲੇ ਕਿਸੇ ਫੈਕਟਰੀ ਤੇ ਜਾ ਕੇ ਝੰਡਾ ਲਾ ਦੇਣ ਨਾ, ਉਹ ਫੈਕਟਰੀ ਨਾ ਮੁੜ ਕੇ ਚੱਲ ਗਈ, ਉਹ ਬੰਦ ਕਰਾ ਕੇ ਖਹਿੜਾ ਛੱਡਦੇ ਨੇ। ਮਤਲਬ ਵੱਡਾ ਇਲਜ਼ਾਮ ਲਾਉਂਦੇ ਨੇ ਉਹ। ਉਹਨਾਂ ਦਾ ਇਲਜ਼ਾਮ ਇਸ ਕਰਕੇ ਹੈ ਵੀ ਦੇਖੋ ਜਿੱਥੇ ਹੁਣ ਲੁੱਟ ਹੋ ਰਹੀ ਆ, ਜਿੱਥੇ ਆਪਾਂ ਕਹਿੰਦੇ ਆ ਵੀ ਯੂਨੀਅਨਾਂ ਬਣਨੀਆਂ ਚਾਹੀਦੀਆਂ ਨੇ। ਯੂਨੀਅਨ ਕਿਉਂ ਬਣਨੀ ਚਾਹੀਦੀ ਆ? ਵਿਦਿਆਰਥੀਆਂ ਦੀ, ਅਧਿਆਪਕਾਂ ਦੀ, ਹਰੇਕ ਦੀ ਯੂਨੀਅਨ ਦਾ ਇੱਕ ਕੰਮ ਹੁੰਦਾ ਵੀ ਉਹ ਉਹਨਾਂ ਨੂੰ ਸੰਗਠਿਤ ਕਰਦੀ ਆ। ਜਿਹੜੀਆਂ ਲੜਾਈਆਂ ਉਹ ਇਕੱਲੇ ਰਹਿ ਕੇ ਨਹੀਂ ਲੜ ਸਕਦੇ, ਉਹ ਯੂਨੀਅਨ ਇਕੱਠੇ ਹੋ ਕੇ ਲੜਦੀ ਹੈ, ਤੇ ਉਹ ਯੂਨੀਅਨ ਦੀ ਏਕਤਾ ਦੇ ਵਿੱਚ ਹੀ ਬਲ ਹੁੰਦਾ। ਜਦੋਂ ਲੋਕ ਇਕੱਠੇ ਹੋਣਗੇ ਤਾਂ ਹੀ ਕੁਛ ਹੋ ਸਕਦਾ। ਜੇ ਇੱਥੇ 32-34 ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ, ਜੇ ਉਹ ਨਾ ਹੁੰਦੀਆਂ, ਜੇ ਉਹਨਾਂ ਨੇ ਇੱਥੇ ਆਪਦਾ ਕੰਮ ਨਾ ਕੀਤਾ ਹੁੰਦਾ, ਪਿੰਡਾਂ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਇਕੱਠੇ ਕਰਕੇ ਨਾ ਲਿਆਂਦਾ ਹੁੰਦਾ, ਇੱਥੇ ਰੇਲਵੇ ਸਟੇਸ਼ਨਾਂ ਤੇ ਅੱਡ ਥਾਵਾਂ ਤੇ ਧਰਨੇ ਨਾ ਦਿੱਤੇ ਹੁੰਦੇ, ਤਾਂ ਦਿੱਲੀ ਵਾਲਾ ਐਡਾ ਵੱਡਾ ਮੋਰਚਾ ਸੰਭਵ ਨਹੀਂ ਸੀਗਾ। ਇਕੱਲੇ ਬੰਦੇ ਲਈ ਬਿਨਾਂ ਕਿਸੇ ਜਥੇਬੰਦੀਆਂ ਦੇ ਆਪਣੇ ਆਪ ਚਲਾ ਲੈਣਾ ਹੈ, ਆਪਣੇ ਆਪ ਕੋਈ ਲੈ ਕੇ ਜਾ ਸਕਣਾ, ਉਹ ਸੰਭਵ ਨਹੀਂ ਸੀ। ਇਸੇ ਤਰ੍ਹਾਂ ਆਪਾਂ ਜਦੋਂ ਕਹਿੰਦੇ ਆ ਵੀ ਜੇ ਕਿਸੇ ਫੈਕਟਰੀ ਦੇ ਵਿੱਚ ਮਜ਼ਦੂਰਾਂ ਦੀ ਲੁੱਟ ਹੋ ਰਹੀ ਹੈ, ਤਾਂ ਅੱਜ ਉਹਨਾਂ ਦੀ ਯੂਨੀਅਨ ਹੀ ਉੱਥੇ ਬਣੂਗੀ। ਜੋ ਭਾਵੇਂ ਲਾਲ ਝੰਡਾ ਹੈ ਉਹਦੇ ਥੱਲੇ ਮਜ਼ਦੂਰਾਂ ਦੇ ਲਈ ਤਾਂ ਖਾਸ ਤੌਰ 'ਤੇ ਲਾਲ ਝੰਡੇ ਦੀ ਅਹਿਮੀਅਤ ਇਸ ਕਰਕੇ ਹੈ ਨਾ, ਕਿਉਂਕਿ ਆਪਾਂ ਦੇਖਿਆ ਵੀ ਜਿੰਨੀਆਂ ਉਹਨਾਂ ਨੇ ਹੱਕ ਅਧਿਕਾਰ ਲਏ ਨੇ, ਭਾਵੇਂ ਉਹ 8 ਘੰਟੇ ਦਿਹਾੜੀ ਦੀ ਹੈ, ਭਾਵੇਂ ਉਹ ਮਿਨੀਮਮ ਵੇਜਸ ਦੀ ਗੱਲ ਕਰ ਲਈ, ਜਾਂ ਜਿੰਨੇ ਵੀ ਕਾਨੂੰਨ ਬਣੇ ਨੇ ਅੱਜ ਉਹਨਾਂ ਦੇ ਹੱਕ ਦੇ ਵਿੱਚ, ਉਹ ਉਸ ਝੰਡੇ ਦੇ ਹੇਠਾਂ ਹੀ ਬਣੇ ਨੇ। ਇਸ ਕਰਕੇ ਅੱਜ ਉਹ ਝੰਡਾ ਜਦੋਂ ਉਹ ਕਾਇਮ ਕਰਦੇ ਨੇ, ਤਾਂ ਉਦੋਂ ਫੈਕਟਰੀ ਬੰਦ ਹੋਣ ਦੀ ਨੌਬਤ ਉਹ ਕਿਉਂ ਗੱਲ ਕਰ ਰਹੇ ਨੇ? ਕਿਉਂਕਿ ਉਦੋਂ ਮਾਲਕ ਨੂੰ ਸਿੱਧਾ ਕਿਹਾ ਜਾਂਦਾ ਵੀ ਉਹ ਮਜ਼ਦੂਰਾਂ ਦੇ ਹੱਕ ਪੂਰੇ ਦਿੱਤੇ ਜਾਣੇ ਚਾਹੀਦੇ, ਜਿੰਨੀ ਉਹਨਾਂ ਦੀ ਤਨਖਾਹ ਉਹ ਬਣਦੀ ਦਿੱਤੀ ਜਾਣੀ ਚਾਹੀਦੀ ਆ, ਉਹਨਾਂ ਦੀ ਲੁੱਟ ਬੰਦ ਹੋਣੀ ਚਾਹੀਦੀ ਹੈ। ਇਹਦਾ ਮਤਲਬ ਇਹ ਨਹੀਂ ਵੀ ਫੈਕਟਰੀਆਂ ਬੰਦ ਹੋ ਜਾਣੀਆਂ, ਇਹਦਾ ਮਤਲਬ ਇਹ ਆ ਵੀ ਮਾਲਕ ਦੇ ਮੁਨਾਫੇ ਘਟਣਗੇ ਤੇ ਮਜ਼ਦੂਰਾਂ ਦੀਆਂ ਜੇਬਾਂ ਦੇ ਵਿੱਚ ਉਹਨਾਂ ਦਾ ਅਸਲ ਹੱਕ ਪਊਗਾ। ਇਸ ਕਰਕੇ ਉਹ, ਕਿਉਂਕਿ ਮਾਲਕ ਜਮਾਤ ਵਾਲੀ ਸੋਚ ਤੋਂ ਹੀ ਦੇਖਦੇ ਨੇ, ਉਹਨਾਂ ਨੂੰ ਮਜ਼ਦੂਰਾਂ ਦੇ ਨਾਲ ਕੋਈ ਸਰੋਕਾਰ ਨਹੀਂ, ਉਹਨਾਂ ਦੀ ਪਾਰਟੀ ਨੂੰ ਕੋਈ ਸਰੋਕਾਰ ਨਹੀਂ, ਇਸ ਕਰਕੇ ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਨੇ। ਅੱਛਾ, ਪੰਜਾਬ ਦੇ ਇਸ ਵੇਲੇ ਤੁਹਾਡੇ ਹਿਸਾਬ ਨਾਲ ਕਿਹੜੇ ਮੁੱਦੇ ਨੇ? ਨਾ ਨੌਜਵਾਨਾਂ ਦੀ ਜਦੋਂ ਗੱਲ ਕਰਦੇ ਹਾਂ, ਰੁਜ਼ਗਾਰ ਸਭ ਤੋਂ ਪਹਿਲਾਂ ਆ ਜਾਂਦਾ। ਹੋਰ ਕਿਹੜੇ ਮੁੱਦੇ ਨੇ ਜਿਹੜੇ ਵਿਚਾਰੇ ਜਾਣੇ ਚਾਹੀਦੇ ਨੇ? ਮਤਲਬ ਸਿਵਾਏ ਧਾਰਮਿਕ ਹੈ ਨਾ ਵੰਡਣ, ਜਾਤ ਪਾਤ ਦੇ ਆਧਾਰ 'ਤੇ ਵੰਡਣ ਤੋਂ, ਜਾਂ ਕਹੀਏ ਕਿ ਜੋ ਵੀ ਇਹ ਮੁਫਤਖੋਰੀ ਦੀ ਰਾਜਨੀਤੀ ਹੋ ਰਹੀ ਆ। ਕੇਜਰੀਵਾਲ ਦਾ ਵੀ ਪਿਛਲੇ ਦਿਨੀ ਬਿਆਨ ਆਉਂਦਾ ਕਿ 300 ਯੂਨਿਟ ਅਸੀਂ ਮਾफ़ ਕਰ ਰਹੇ ਹਾਂ, ਪਹਿਲਾਂ 200 ਚੱਲਦੇ ਸੀ, ਉਹਨੇ 300 ਕਰਤੇ ਆ, ਹੁਣ ਅਗਲੇ ਦਿਨਾਂ 'ਚ ਪਤਾ ਨਹੀਂ ਬਾਕੀ ਪਾਰਟੀਆਂ ਕੀ ਕਰਨਗੀਆਂ। ਮਤਲਬ ਗਰਾਊਂਡ ਦੇ ਅਸਲ 'ਚ ਮੁੱਦੇ ਕੀ ਨੇ ਜਿਹੜੇ ਸਰਕਾਰਾਂ ਛੂੰਹਦੀਆਂ ਤੱਕ ਨਹੀਂ ਹੈਗੀਆਂ? ਗਰਾਊਂਡ ਦੇ ਮੁੱਦੇ, ਸਭ ਤੋਂ ਵੱਡਾ ਮਸਲਾ ਸਾਰੇ ਲੋਕਾਂ ਦੇ ਲਈ ਇਹ ਆ ਵੀ ਜਿਹੜੀਆਂ ਪਬਲਿਕ ਹੈਲਥ ਸੈਕਟਰ ਹੈ, ਪਬਲਿਕ ਐਜੂਕੇਸ਼ਨ ਸੈਕਟਰ ਹੈ, ਬਈ ਪੜ੍ਹਾਈ ਦਾ ਇੰਨਾ ਮਾੜਾ ਹਾਲ ਹੈ। ਪਿਛਲੇ 1.5 ਸਾਲਾਂ ਦੇ ਵਿੱਚ ਪੇਰੈਂਟਸ ਦਾ ਹਾਲ ਜਾ ਕੇ ਮਾਪਿਆਂ ਦਾ ਪੁੱਛੋ ਵੀ ਔਨਲਾਈਨ ਪੜ੍ਹਾਈਆਂ ਦੇ ਨਾਮ ਉੱਤੇ ਗੇੜੀ ਖੇਡ ਨੇ ਉਹਨਾਂ ਦੀਆਂ ਜੇਬਾਂ ਨਿਚੋੜ ਕੇ ਛੱਡ ਰੱਖੀਆਂ ਵਾ। ਬਈ ਅੱਜ ਸਾਰੀ ਪੜ੍ਹਾਈ ਆ ਜਿਹੜੀ ਬਿਲਕੁਲ ਸਰਕਾਰੀ ਸਕੂਲਾਂ ਦੇ ਉੱਤੇ ਇਨਵੈਸਟਮੈਂਟ ਹੋਣੀ ਚਾਹੀਦੀ ਆ। ਸਿਰਫ ਕੰਧਾਂ ਨੂੰ ਪੇਂਟ ਕਰਨ ਨਾਲ ਤੇ ਉਹਦੇ ਉੱਤੇ ਸਮਾਰਟ ਸਕੂਲ ਲਿਖਣ ਦੇ ਨਾਲ ਸਕੂਲ ਸਮਾਰਟ ਨਹੀਂ ਹੋ ਜਾਂਦੇ। ਸਿਰਫ ਔਨਲਾਈਨ ਆਪਦੀ ਸਰਵੇ ਕਰਾਉਣ ਦੇ ਨਾਲ ਪੰਜਾਬ ਨੂੰ ਨੰਬਰ 1 ਦਿਖਾਤਾ ਪੜ੍ਹਾਈ ਦੇ ਵਿੱਚ, ਉਹਦੇ ਨਾਲ ਨਹੀਂ ਹੋ ਸਕਦੇ। ਜਦੋਂ ਅਧਿਆਪਕਾਂ ਦੀਆਂ ਤਨਖਾਹਾਂ 3-3 ਹਜ਼ਾਰ 5-5 ਹਜ਼ਾਰ ਨੇ ਤੇ ਉਹ ਇੱਥੇ ਬੈਠੇ ਹਰ ਦੂਜੇ ਦਿਨ ਡੰਡੇ ਖਾ ਰਹੇ ਹੁੰਦੇ ਨੇ ਪੁਲਿਸ ਤੋਂ, ਉਦੋਂ ਤੱਕ ਇਹ ਸਮੱਸਿਆਵਾਂ ਹੱਲ ਨਹੀਂ ਹੋਣਗੀਆਂ। ਪਹਿਲਾ ਮੁੱਦਾ ਤਾਂ ਸਭ ਤੋਂ ਵੱਡਾ ਇਹੀ ਹੈ ਵੀ
ਸਰਵ ਸਿੱਖਿਆ ਅਭਿਆਨ ਅਸੀਂ ਗੱਲ ਕਰਦੇ ਹਾਂ ਉਹਦੀ, ਪਰ ਸਰਵ ਸਿੱਖਿਆ ਪੜ੍ਹੋ ਪੰਜਾਬ ਵਧੋ ਪੰਜਾਬ, ਇਹ ਵੀ ਬਹੁਤ ਵੱਡੀਆਂ ਪਿਛਲੇ ਦਿਨਾਂ ਦੇ ਵਿੱਚ ਟੈਗਲਾਈਨਾਂ ਬਹੁਤ ਦਿੱਤੀਆਂ ਗਈਆਂ ਨੇ, ਪਰ ਉਹਦੇ ਥੱਲੇ ਕੰਮ ਕੀ ਹੋਇਆ, ਉਹ ਕੋਈ ਬਹੁਤਾ ਵਧੀਆ ਕੰਮ ਹੋਇਆ ਨਹੀਂ ਹੈਗਾ, ਕਿਉਂਕਿ ਸਾਡੀਆਂ ਹਾਲਤਾਂ ਹੀ ਨਹੀਂ ਹੈਗੀਆਂ ਇਸ ਤਰ੍ਹਾਂ ਦੀਆਂ। ਇਸ ਕਰਕੇ ਇੱਕ ਤਾਂ ਇਹ ਵੀ ਗੱਲ ਹੈ ਵੀ ਜਦੋਂ ਤੱਕ ਪ੍ਰਾਈਵੇਟ ਤੇ ਪਬਲਿਕ ਸੈਕਟਰ ਆ ਦੋਨੇ ਬਰਾਬਰ ਰਹਿਣਗੇ, ਖਾਸ ਤੌਰ ਤੇ ਸਕੂਲਾਂ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ, ਹਸਪਤਾਲਾਂ ਦੀ ਗੱਲ ਕਰਦੇ ਹਾਂ, ਤਾਂ ਪ੍ਰਾਈਵੇਟ ਸੈਕਟਰ ਨੂੰ ਵਧਾਉਣ ਦੇ ਲਈ ਪਬਲਿਕ ਨੂੰ ਫੇਲ ਕਰਨਾ ਇਹਨਾਂ ਲਈ ਜ਼ਰੂਰੀ ਹੁੰਦਾ। ਇਸ ਕਰਕੇ ਆਪਾਂ ਤੇ ਕਹਿੰਦੇ ਆ ਵੀ ਭਾਵੇਂ ਉਹ ਮੰਤਰੀ ਦਾ ਜਵਾਕ ਹੋਵੇ, ਭਾਵੇਂ ਉਹ ਆਮ ਬੰਦੇ ਦਾ ਬੱਚਾ ਹੋਵੇ, ਉਹਨਾਂ ਸਾਰਿਆਂ ਲਈ ਸਰਕਾਰੀ ਸਕੂਲ ਹੋ ਜਾਣੇ ਆ। ਜਿਹੜੇ ਪ੍ਰਾਈਵੇਟ ਨੇ ਇਹਨਾਂ ਉੱਤੇ ਲਗਾਮ ਕੱਸੀ ਜਾਣੀ ਚਾਹੀਦੀ ਹੈ, ਇਹਨਾਂ ਦੀਆਂ ਫੀਸਾਂ ਵੱਧ ਨਹੀਂ ਹੋਣੀਆਂ ਚਾਹੀਦੀਆਂ। ਇਹ ਇਹਨਾਂ ਦੀ ਜੋ ਮਤਲਬ ਇਹ ਲੁੱਟ ਕਰ ਰਹੇ ਨੇ ਉਹਦੇ ਉੱਤੇ ਲਗਾਮ ਸਰਕਾਰ ਨੂੰ ਕੱਸਣੀ ਚਾਹੀਦੀ ਹੈ, ਕਾਨੂੰਨ ਇਹੋ ਜਿਹੇ ਸਖਤ ਪਾਸ ਹੋਣੇ ਚਾਹੀਦੇ ਆ, ਪਰ ਇਹ ਮਾਫੀਆ ਇਹਦੇ ਉੱਤੇ ਕੁਝ ਹੁੰਦਾ ਨਹੀਂ। ਦੂਸਰੀ ਗੱਲ, ਹੈਲਥ ਸੈਕਟਰ ਦਾ ਵੀ ਇਹੀ ਹਾਲ ਆ ਇਸ ਵੇਲੇ ਵੀ। ਜਿੰਨੇ ਸਰਕਾਰੀ ਬਹੁਤ ਸਾਰੇ ਇਹੋ ਜਿਹੇ ਨੌਜਵਾਨ ਨੇ ਜਿਹੜੇ MBBS ਦੀਆਂ MD ਦੀਆਂ ਡਿਗਰੀਆਂ ਕਰੀ ਵਿਹਲੇ ਨੇ, ਬੇਰੁਜ਼ਗਾਰ ਨੇ, ਜਾਂ ਬਹੁਤ ਥੋੜ੍ਹੀ ਕਲੀਨਿਕਾਂ ਕੋਈ ਚਲਾ ਰਿਹਾ, ਕੋਈ ਛੋਟੇ ਮੋਟੇ ਕੰਮ ਕਰ ਰਿਹਾ, ਉਹਨਾਂ ਨੂੰ ਭਰਤੀ ਕਰ ਲੈਣਾ ਚਾਹੀਦਾ ਸੀ, ਕਿਉਂਕਿ ਅਸੀਂ ਦੇਖ ਚੁੱਕੇ ਹਾਂ ਵੀ ਸਾਡੇ ਸਰਕਾਰੀ ਜਿੰਨਾ ਹੈਲਥ ਸੈਕਟਰ ਆ ਉਹਦਾ ਭੋਗ ਪੈ ਚੁੱਕਿਆ। ਇੱਕੋ ਇੱਕ PGI ਖੁੱਲ੍ਹਿਆ ਹੋਇਆ ਵਾ, ਇੱਥੇ ਵੀ OPDਆਂ ਇਸ ਵੇਲੇ ਬੰਦ ਨੇ। ਰਜਿੰਦਰਾ ਦੇ ਵਿੱਚ ਨਾ ਜਦੋਂ ਪਹਿਲੀ ਵੇਵ ਕਰੋਨਾ ਦੀ ਆਈ ਆ, ਉਦੋਂ ਜਿਹੜੇ ਕਰਮਚਾਰੀਆਂ ਨੂੰ ਰੱਖਿਆ ਗਿਆ, ਜਦੋਂ ਕਰੋਨਾ ਘਟ ਗਿਆ ਉਹਨਾਂ ਨੂੰ ਵੀ ਬਾਅਦ 'ਚ ਕੱਢਤਾ ਬਾਹਰ। ਮਤਲਬ ਉਹ ਪੱਕੀਆਂ ਨੇ ਨਾ, ਬੰਦੇ ਨੂੰ ਸੰਤੁਸ਼ਟੀ ਹੋਵੇ ਨਾ ਜਦੋਂ ਤੁਸੀਂ ਭਰਤੀ ਕਰਦੇ ਹੋ। ਸਾਨੂੰ ਪਤਾ ਵਾ ਵੀ ਇਹ ਇਕੱਲੀ ਕਰੋਨਾ ਦੀ ਗੱਲ ਨਹੀਂ, ਆਮ ਵੀ ਬਿਮਾਰੀਆਂ ਨਾਲ ਇੱਥੇ 4000 ਬੰਦਾ TB ਨਾਲ ਮਰ ਜਾਂਦਾ ਵਾ ਨਿੱਤ ਦਾ, ਇੰਡੀਆ ਦਾ ਆંકੜਾ ਇਹ। ਮਤਲਬ ਸਾਡੇ ਛੋਟੀਆਂ ਬਿਮਾਰੀਆਂ ਤੋਂ ਲੋਕ ਮਰ ਵੀ ਇਸ ਕਰਕੇ ਰਹੇ ਨੇ ਕਿਉਂਕਿ ਉਹਨਾਂ ਦਾ ਇਲਾਜ ਕਰਦੇ ਹੀ ਨਹੀਂ ਸਰਕਾਰੀ ਹਸਪਤਾਲਾਂ ਦੇ ਵਿੱਚ। ਹੁਣ ਇੱਥੇ ਚੰਡੀਗੜ੍ਹ ਹੈ, ਚੰਡੀਗੜ੍ਹ ਦਾ ਸਭ ਤੋਂ ਵੱਡਾ ਵਾਰਡ ਹੱਲੋ ਮਾਜਰਾ ਤੇ ਰਾਮ ਦਰਬਾਰ ਬਣਦਾ ਹੈ, ਵੋਟਾਂ ਵੇਲੇ ਸਭ ਤੋਂ ਵੱਧ ਉੱਥੇ ਲੋਕ ਪਹੁੰਚਦੇ ਨੇ। ਅਸੀਂ ਤਾਂ ਸੈਕਟਰਾਂ ਦੇ ਵਿੱਚ ਦੇਖਦੇ ਹਾਂ ਵੱਡੀਆਂ ਕੋਠੀਆਂ, ਕਾਰਾਂ, ਇੰਨੇ ਸੋਹਣੇ ਪਾਰਕ ਬਣਾਏ ਹੋਏ ਨੇ। ਹੱਲੋ ਮਾਜਰਾ ਦੇ ਵਿੱਚ ਤੁਸੀਂ ਜਾਓਗੇ ਤਾਂ ਉੱਥੇ ਛੋਟੇ ਕਮਰਿਆਂ ਦੇ ਵਿੱਚ 10 ਬਾਈ 8 ਦੇ ਕਮਰੇ ਦੇ ਵਿੱਚ ਪੂਰਾ ਪਰਿਵਾਰ ਰਹਿ ਰਿਹਾ, ਰਸੋਈ ਅੰਦਰ ਹੈ, ਬਾਥਰੂਮ ਸਾਰੇ ਪਰਿਵਾਰਾਂ ਦਾ ਸਾਂਝਾ 15-20 ਹੋਰ ਕਮਰੇ ਨੇ। ਉੱਥੇ ਜਦੋਂ ਆਹ ਸਾਰੀਆਂ ਮੰਗਾਂ ਮਸਲੇ ਦੀ ਗੱਲ ਹੁੰਦੀ ਹੈ ਨਾ, ਉੱਥੇ ਲੋਕਾਂ ਨੂੰ ਪੁੱਛੇ ਵੀ ਕਿਹੜੀਆਂ ਮੰਗਾਂ ਨੇ, ਸਭ ਤੋਂ ਪਹਿਲੀ ਮੰਗ ਉਹ ਡਿਸਪੈਂਸਰੀ ਦੀ ਕਰਦੇ ਨੇ। ਇੱਕ ਡਿਸਪੈਂਸਰੀ ਆ, ਡਾਕਟਰ ਆ ਕੇ ਬਹਿੰਦਾ ਨਹੀਂ, ਦਵਾਈਆਂ ਉੱਥੇ ਮਿਲਦੀਆਂ ਨਹੀਂ, ਬੱਤੀ ਆਉਣਾ ਪੈਂਦਾ, ਉਹਨਾਂ ਨੂੰ ਪੂਰੀ ਦਿਹਾੜੀ ਤੋੜਨੀ ਪੈਂਦੀ ਹੈ ਕਿਉਂਕਿ ਮਜ਼ਦੂਰ ਨੇ ਦਿਹਾੜੀ ਕਰਕੇ ਖਾਣਾ ਹੈ। ਤਾਂ ਇਹੀ ਉਹ ਗਰਾਊਂਡ ਦੀਆਂ ਮੰਗਾਂ ਮਸਲੇ ਨੇ। ਗਰਾਊਂਡ ਤੇ ਮੰਗਾਂ ਮਸਲਿਆਂ ਦੀ ਗੱਲ ਇਹ ਵੀ ਲੋਕਾਂ 'ਚ ਇੰਨਾ ਗੁੱਸਾ ਹੈ ਕਿਉਂਕਿ ਮੇਰੇ ਦੋਸਤ ਉੱਥੇ ਲਾਇਬ੍ਰੇਰੀ ਚਲਾਉਂਦੇ ਨੇ ਨੌਜਵਾਨ ਭਾਰਤ ਸਭਾ ਵੱਲੋਂ, ਉਹ ਦੱਸਦੇ ਨੇ ਵੀ ਲੋਕ ਹੁਣ ਇਸ ਵੇਲੇ ਇੰਨੇ ਗੁੱਸੇ 'ਚ ਨੇ ਵੀ ਹੁਣ ਕਿਉਂਕਿ ਚੰਡੀਗੜ੍ਹ MC ਦੀਆਂ ਚੋਣਾਂ ਆਉਣੀਆਂ ਨੇ ਤਾਂ ਇਹਨਾਂ ਨੇ ਵੋਟ ਮੰਗਣ ਆਉਣਾ। ਕਹਿੰਦੇ ਅਸੀਂ ਪੁੱਛਾਂਗੇ ਵੀ ਉਦੋਂ ਰਾਸ਼ਨ ਦੇਣ ਤੁਹਾਡੇ 'ਚੋਂ ਕਿਹੜਾ ਪਹੁੰਚਿਆ ਸੀ ਜਦੋਂ ਸਾਡੇ ਘਰਾਂ ਦੇ ਵਿੱਚ ਸਾਨੂੰ ਡੰਡੇ ਮਾਰ ਕੇ ਤਾੜ ਦਿੱਤਾ ਗਿਆ ਸੀ, ਜਦੋਂ ਕਰੋਨਾ ਦੇ ਕਰਕੇ ਲੋਕਡਾਊਨ ਕਰਕੇ ਸਾਨੂੰ ਘਰਾਂ 'ਚ ਵਾੜਿਆ ਗਿਆ ਸੀ। ਮਤਲਬ ਜੇ ਆਪਾਂ ਜ਼ਮੀਨ ਤੇ ਮੰਗਾਂ ਮਸਲਿਆਂ ਦੀ ਗੱਲ ਕਰਨੀ ਹੋਵੇ ਤਾਂ ਮੈਨੂੰ ਲੱਗਦਾ ਵੀ ਜਿਹੜੇ ਆਮ ਜਿਹੜਾ ਬੰਦਾ ਨਿੱਤ ਬਸ ਰੋਟੀ ਕਮਾ ਕੇ ਹੀ ਖਾਂਦਾ ਹੈ ਨਾ, ਉਹਦੇ ਕੋਲ ਜਾ ਕੇ ਪੁੱਛਣਾ ਚਾਹੀਦਾ ਵੀ ਉਹਨੂੰ ਕਿੰਨੀਆਂ ਸਮੱਸਿਆਵਾਂ ਆ ਰਹੀਆਂ ਨੇ। ਉਹ ਰੇੜੀ ਫੇੜੀ ਲਾਉਂਦਾ ਹੈ, ਉਹ ਹੋਰ ਚੀਜ਼ਾਂ ਕਰਦਾ ਹੈ। ਜਿਹੜੇ ਬਹੁਤੇ ਰੁਜ਼ਗਾਰ ਹੁਣ ਖੁੱਸ ਚੁੱਕੇ ਨੇ, ਸਰਕਾਰ ਦੇ ਨੌਕਰੀਆਂ ਦੇਣ ਵਾਲੇ ਫੋਕੇ ਦਾਅਵਿਆਂ ਨਾਲੋਂ ਵੱਧ ਸਮੱਸਿਆਵਾਂ ਇਸ ਵੇਲੇ ਇਹ ਆ ਚੁੱਕੀ ਹੈ ਵੀ ਜਿਹੜੇ ਰੁਜ਼ਗਾਰ ਸੀਗੇ ਉਹਨਾਂ ਉੱਤੇ ਵੀ ਲੱਤ ਵੱਜ ਚੁੱਕੇ ਲੋਕਾਂ। ਤਾਂ ਮੁੱਖ ਜਿਹੜੀਆਂ ਚੀਜ਼ਾਂ ਨੇ, ਜਿਹੜੀਆਂ ਮੰਗਾਂ ਨੇ, ਉਹ ਇਹਦੇ ਆਸ-ਪਾਸ ਹੀ ਨੇ ਵੀ ਸਿੱਖਿਆ ਹੋਵੇ, ਚਾਹੇ ਉਹ ਰੁਜ਼ਗਾਰ ਦੀ ਗੱਲ ਕਰ ਲਈਏ, ਚਾਹੇ ਸਿਹਤ ਸੁਵਿਧਾਵਾਂ ਦੀ ਗੱਲ ਕਰੀਏ। ਇੱਕ ਮੁੱਦਾ ਨਾ ਪਿਛਲੀਆਂ ਚੋਣਾਂ 'ਚ ਵੀ ਉੱਠਿਆ, ਦਿੱਲੀ ਦੇ ਇਲੈਕਸ਼ਨ ਦੇ ਵਿੱਚ ਵੀ ਉਹ ਮੁੱਦਾ ਜਿਹੜਾ ਆ ਉਹ ਬਹੁਤ ਵੱਡੇ ਪੱਧਰ ਤੇ ਉਛਾਲਿਆ ਕਿ ਔਰਤ ਦੀ ਸੁਰੱਖਿਆ, ਬੀਇੰਗ ਅ ਵੂਮਨ, ਔਰਤਾਂ ਦੇ ਮੁੱਦੇ ਤੁਹਾਨੂੰ ਲੱਗਦਾ ਵੀ ਹੱਲ ਹੋਏ ਨੇ ਪਿਛਲੇ ਸਮੇਂ 'ਚ? ਜੇ ਇਸ ਵੇਲੇ ਹੈਗੇ ਨੇ ਤਾਂ ਕਿਹੜੇ ਮੇਨ ਮੁੱਦੇ ਨੇ ਔਰਤਾਂ ਦੀ? ਦੂਜੀ ਗੱਲ ਮੈਂ ਨਾਲ ਹੀ ਸਵਾਲ ਜੋੜ ਰਿਹਾ ਕਿ ਪ੍ਰਤੀਨਿਧਤਾ, ਕੀ ਲੱਗਦਾ ਵੀ ਔਰਤਾਂ ਦੇ ਮੁੱਦੇ ਦੀ ਪ੍ਰਤੀਨਿਧਤਾ ਜਿਹੜੀ ਆ, ਔਰਤਾਂ ਦੇ ਮੁੱਦਿਆਂ ਨੂੰ ਹੱਲ ਕਰਨ ਦੇ ਲਈ ਇੱਕ ਔਰਤ ਨੂੰ ਹੀ ਅਗਵਾਈ ਦੇਣੀ ਚਾਹੀਦੀ ਆ? ਨਹੀਂ, ਇਹ ਕੋਈ ਜ਼ਰੂਰੀ ਨਹੀਂ ਵੀ ਔਰਤਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਕੋਈ ਔਰਤ ਹੀ ਅਗਵਾਈ ਦੇਵੇ। ਔਰਤਾਂ ਦੇ ਮੁੱਦੇ ਇਕੱਠੇ ਹੋ ਕੇ ਹੱਲ ਕੀਤੇ ਜਾ ਸਕਦੇ ਨੇ ਜੇ ਤੁਹਾਡੀ ਨੀਅਤ ਸਾਫ਼ ਹੈ। ਤੁਸੀਂ ਸਾਰਿਆਂ ਦੇ ਮੁੱਦੇ ਹੋ ਤਾਂ ਉਹੀ ਆਇਡੈਂਟੀ ਪੋਲੀਟਿਕਸ ਦਾ ਆਪਾਂ ਵਿਰੋਧ ਕਰਦੇ ਹਾਂ ਕਿਉਂਕਿ ਮੈਂ ਲੜਕੀ ਹਾਂ, ਇਸ ਕਰਕੇ ਮੈਂ ਭਾਵੇਂ ਇਹ ਗੱਲਾਂ ਹੈਗੀਆਂ ਨੇ ਵੀ ਲੜਕੀਆਂ ਨੇ ਐਕਸਪੀਰੀਅੰਸ ਕੀਤੀਆਂ ਹੁੰਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਤਾਂ ਉਹ ਸਮਝ ਸਕਦੀਆਂ ਨੇ, ਪਰ ਬਹੁਤ ਸਾਰੇ ਮੁੰਡੇ ਵੀ ਉਨੇ ਸੈਂਸਿਟਿਵ, ਉਨੇ ਵਧੀਆ ਤਰੀਕੇ ਦੇ ਨਾਲ ਸਮਝ ਲੈਂਦੇ ਨੇ। ਜਦੋਂ ਆਪਾਂ ਪਿੱਤਰ ਸੱਤਾ ਦੀ ਗੱਲ ਕਰਦੇ ਹਾਂ ਵੀ ਔਰਤ ਵਿਰੋਧੀ ਮਾਨਸਿਕਤਾ, ਉਹ ਇਕੱਲੇ ਬੰਦਿਆਂ 'ਚ ਨਹੀਂ ਹੁੰਦੀ, ਉਹ ਔਰਤਾਂ ਦੇ ਵਿੱਚ ਵੀ ਪਈ ਹੁੰਦੀ ਹੈ ਵੀ ਉਹਨਾਂ ਦੇ ਦਿਮਾਗਾਂ ਦੇ ਵਿੱਚ ਵੀ ਉਹ ਪੁਰਾਣੀਆਂ ਚੀਜ਼ਾਂ, ਪੁਰਾਣੀਆਂ ਮੁੱਲ ਮਾਨਤਾਵਾਂ ਪਈਆਂ ਹੁੰਦੀਆਂ ਨੇ ਵੀ ਉਹਨਾਂ ਨੂੰ ਵੀ ਲੱਗਦਾ ਵੀ ਸਾਡੇ ਨਾਲੋਂ ਸਿਆਣੇ ਸ਼ਾਇਦ ਦੂਜੇ ਵੱਧ ਹੋਣਗੇ, ਉਹ ਸਾਡੇ ਲਈ ਫੈਸਲਾ ਵੱਧ ਲੈ ਲੈਣਗੇ। ਇਸ ਕਰਕੇ ਔਰਤਾਂ ਦੇ ਮੁੱਦੇ ਦੀ ਜਦੋਂ ਤੱਕ ਗੱਲ ਕਰਦੇ ਹਾਂ ਤਾਂ ਉਹ ਕੋਈ ਵੀ ਉਹਦੀ ਪੈਰਵਾਈ ਕਰ ਸਕਦਾ ਹੈ। ਦੂਸਰੀ ਗੱਲ ਇਹ ਵੀ ਔਰਤਾਂ ਦੇ ਮੁੱਦੇ ਕਿੰਨੇ ਕੁ ਹੱਲ ਹੋਏ ਨੇ। ਕੈਪਟਨ ਸਰਕਾਰ ਨੇ ਜਾਂ ਹੋਰਾਂ ਨੇ ਇਹਨਾਂ ਨੇ ਵੱਡੀਆਂ ਔਰਤ ਹੈਲਪਲਾਈਨਾਂ 112 ਚਲਾਈ, 1098 ਚਲਾਈਆਂ ਨੇ ਇਹ ਹੈਲਪਲਾਈਨਾਂ। ਇਹਨਾਂ ਉੱਤੇ ਜਦੋਂ ਤੁਸੀਂ ਗੱਲ ਕਰਕੇ ਦੇਖੋ, ਮੈਨੂੰ ਯਾਦ ਆ ਵੀ ਜਿੱਥੇ ਮੈਂ ਰਹਿੰਦੀ ਹਾਂ ਕਮਰਾ ਲੈ ਕੇ ਇੱਥੇ ਨੇੜੇ, ਉਹ ਚੰਡੀਗੜ੍ਹੋਂ ਥੋੜ੍ਹਾ ਜਿਹਾ ਦੂਰ ਹੈ ਤੇ ਉੱਥੇ ਕਿਸੇ ਔਰਤ ਦੇ ਨਾਲ ਉਹਦਾ ਘਰ ਵਾਲਾ ਕੁੱਟਮਾਰ ਕਰ ਰਿਹਾ ਸੀ ਰਾਤ ਨੂੰ 10-11:30 ਵਜੇ ਦੀ ਗੱਲ ਹੈ। ਮੈਂ ਤੇ ਮੇਰੇ ਨਾਲ ਇੱਕ ਮੇਰੀ ਹੋਰ ਦੋਸਤ ਸੀ, ਅਸੀਂ ਦੋਨਾਂ ਨੇ ਜਦੋਂ ਦੇਖਿਆ ਵੀ ਉਹਨੇ ਸ਼ਰਾਬ ਪੀਤੀ ਹੋਈ ਆ, ਬੱਚਾ ਉਹਦਾ ਛੋਟਾ ਹੈ, ਤੇ ਅਸੀਂ ਫ਼ੋਨ ਕੀਤਾ 1098 ਤੇ ਵੀ ਇੱਥੇ ਹੀ ਕੁੱਟਮਾਰ ਹੋ ਰਹੀ ਹੈ। ਕਹਿੰਦੇ ਮੈਡਮ ਤੁਸੀਂ ਗੱਲ ਕਿੱਥੋਂ ਕਰ ਰਹੇ ਹੋ? ਮੈਂ ਕਿਹਾ ਮੈਂ ਤਾਂ ਨਹਿ ਗਾਉਂ ਤੋਂ ਬੋਲ ਰਹੀ ਹਾਂ। ਕਹਿੰਦੇ ਮੈਡਮ ਤੁਸੀਂ ਨਾ ਉਹ ਪੰਜਾਬ ਦਾ ਨੰਬਰ ਲਾਓ, ਅਸੀਂ ਤਾਂ ਚੰਡੀਗੜ੍ਹ ਤੋਂ ਬੋਲ ਰਹੇ ਹਾਂ।
ਇੰਨੀ ਕੁ ਤੁਸੀਂ ਦੇਖ ਸਕਦੇ ਹੋ ਵੀ ਇੰਨੇ ਕੁ ਸਤਰਕ ਨੇ, ਇੰਨੇ ਕੁ ਇਹ ਚਿੰਤਤ ਨੇ ਔਰਤਾਂ ਦੇ ਮੰਗਾਂ ਮਸਲਿਆਂ ਨੂੰ ਲੈ ਕੇ ਵੀ ਇੱਕ ਹੈਲਪਲਾਈਨ ਦੇ ਉੱਤੇ ਜੇ ਕਾਲ ਕਰ ਰਹੇ ਹੋ ਤੁਹਾਡੀ ਜ਼ਿੰਮੇਵਾਰੀ ਬਣਦੀ ਆ, ਭਾਵੇਂ ਭਾਰਤ ਦੇ ਕਿਸੇ ਵੀ ਕੋਨੇ ਤੋਂ ਆ ਰਿਹਾ, ਤੁਹਾਡੇ ਕੋਲ ਐਡਾ ਵੱਡਾ ਤੰਤਰ ਹੈ ਤੇ ਉਹ ਨੈਸ਼ਨਲ ਲੈਵਲ ਤੇ ਹੈਲਪਲਾਈਨ ਹੈ ਵੀ ਤੁਸੀਂ ਉਹਨੂੰ ਟਰਾਂਸਫਰ ਕਰੋ, ਤੁਸੀਂ ਉਸ ਰੀਜਨ ਤੱਕ ਪਹੁੰਚ ਕਰੋ ਵੀ ਭਾਈ ਇੱਥੇ ਇਹ ਸਮੱਸਿਆ ਆ ਰਹੀ ਹੈ। ਹੁਣ ਮੰਨ ਲਓ ਜੇ ਉਹੀ ਮੈਂ ਕਾਲ ਕੀਤੀ ਹੁੰਦੀ ਉੱਥੇ ਮੇਰੇ ਨਾਲ ਛੇੜਛਾੜ ਹੋ ਰਹੀ ਹੁੰਦੀ ਹੈ, ਕੋਈ ਹੋਰ ਸਮੱਸਿਆ, ਜੇ ਮੈਂ ਕਾਲ ਕੀਤੀ ਹੁੰਦੀ ਮੈਨੂੰ ਲੱਗਦਾ ਮੈਨੂੰ ਉਦੋਂ ਵੀ ਇਹੀ ਮਿਲਣਾ ਸੀਗਾ। ਮਤਲਬ ਜੇ ਹੈ ਨਾ, ਜੇ ਮੁਲਕ ਤੇ ਬਾਹਰੋਂ ਕੋਈ ਹਮਲਾ ਹੋਵੇ ਤਾਂ ਅੱਗੋਂ ਇਹ ਜਵਾਬ ਥੋੜੀ ਨਾ ਮਿਲੂਗਾ ਕਿ ਇਹ ਸਾਡੀ ਬਟਾਲੀਅਨ ਤਾਂ ਜੀ ਫਲਾਣੇ ਪਾਸੇ ਤੈਨਾਤ ਆ, ਅਸੀਂ ਨਹੀਂ ਆਉਣਾ। ਤੁਸੀਂ ਇੱਥੋਂ ਵਾਲੀ ਬਟਾਲੀਅਨ ਨੂੰ ਆਪ ਫੋਨ ਕਰਕੇ ਦੇਖੋ, ਮਤਲਬ ਇਹੀ ਹਾਲ ਹੈ ਵੀ ਇਹ ਸਿਰਫ ਹੈਲਪਲਾਈਨਾਂ ਜਾਂ ਇਹ ਜਿਹੜੀਆਂ ਗੱਲਾਂ ਨੇ ਫੋਕੇ ਦਾਅਵੇ ਨੇ, ਇਹ ਸਿਰਫ ਉਹ ਹੁੰਦਾ ਵੀ ਮਸ਼ਹੂਰੀਆਂ ਕਰਦੇ ਨੇ, ਮੋਦੀ ਮਸ਼ਹੂਰੀਆਂ ਕਰ ਰਿਹਾ, ਉੱਤੇ ਬੈਠੇ ਕੈਪਟਨ ਵੀ ਇੱਥੇ ਮਸ਼ਹੂਰੀਆਂ ਕਰ ਰਹੇ ਨੇ ਤੇ ਉਸ ਤੋਂ ਬਿਨਾਂ ਥੱਲੇ ਗਰਾਊਂਡ ਦੇ ਉੱਤੇ ਕੋਈ ਸੱਚਾਈ ਨਹੀਂ, ਕੋਈ ਬਹੁਤਾ ਹਾਲਤਾਂ ਦੇ ਵਿੱਚ ਔਰਤਾਂ ਦੀਆਂ ਕੋਈ ਸੁਰੱਖਿਆ ਮੈਂ ਕਹਾਂ ਵੀ ਮੈਨੂੰ ਜ਼ਿਆਦਾ ਮਹਿਸੂਸ ਹੁੰਦੀ ਆ, ਉਹ ਜਿਹੀਆਂ ਹਾਲਤਾਂ ਇੱਥੇ ਨਹੀਂ ਹੈਗੀਆਂ। ਅੱਛਾ, ਤੁਹਾਡਾ ਪਿਛੋਕੜ ਵੀ ਹੈ ਨਾ ਪਿੰਡਾਂ ਨਾਲ ਜੁੜਿਆ ਹੋਇਆ, ਮੈਂ ਇਹ ਸਮਝਣਾ ਚਾਹੁੰਦਾ ਵੀ ਪਿੰਡਾਂ ਦਾ ਮਾਹੌਲ ਬਦਲਿਆ, ਪਿੰਡਾਂ ਦੀਆਂ ਔਰਤਾਂ ਜਿਹੜੀਆਂ ਨੇ, ਕਿਹਾ ਜਾਂਦਾ ਸੀਗਾ ਕਿ ਜਿੱਥੇ ਘਰਦਿਆਂ ਨੇ ਕਹਿਤਾ ਉੱਥੇ ਹੀ ਵੋਟ ਪਊਗੀ, ਜਿਵੇਂ ਤੁਸੀਂ ਵੀ ਦੱਸਿਆ ਕਿ ਸਾਡੇ ਪਰਿਵਾਰ ਦੇ ਵਿੱਚ ਵੀ ਉਹੀ ਕੰਮ ਚੱਲਦਾ ਸੀ ਕਿ ਪੰਥ ਨੂੰ ਵੋਟ ਪਾਉਣੀ ਹੈ ਜੀ ਤਾਂ ਅਕਾਲੀ ਦਲ ਨੂੰ ਪਾ ਦਿਓ। ਮਤਲਬ ਇਹ ਮਾਹੌਲ ਬਦਲੂਗਾ ਐਤਕੀ ਕਿ ਲੱਗਦਾ ਵੀ ਇਹ ਰਵਾਇਤੀ ਪਾਰਟੀਆਂ ਜਿਹੜੀਆਂ ਨੇ ਉਸੇ ਤਰੀਕੇ ਦੇ ਨਾਲ ਲੋਕਾਂ ਦੇ ਉੱਤੇ ਜਿਹੜਾ ਜਾਦੂ ਕਰਕੇ ਰੱਖਦੀਆਂ ਨੇ ਉਹ ਬਰਕਰਾਰ ਰਹੂਗਾ? ਦੇਖੋ ਜੀ, ਆਪਣੀ ਤਾਂ ਕੋਸ਼ਿਸ਼ ਇਹੀ ਆ ਵੀ ਲੋਕ ਪਹਿਲਾਂ ਨਾਲੋਂ ਤਾਂ ਹੋਏ ਨੇ, ਕਈ ਪਿੰਡਾਂ ਦੇ ਵਿੱਚ ਤਾਂ ਬਾਹਰ ਬੋਰਡ ਹੀ ਲਗਾ ਦਿੱਤੇ ਗਏ ਨੇ ਵੀ ਭਾਈ ਭਾਜਪਾ ਤੇ ਅਕਾਲੀ ਜਾਂ ਕੋਈ ਵੀ ਸਿਆਸੀ ਲੀਡਰ ਜਿਹੜਾ ਇੱਥੇ ਵੋਟ ਮੰਗਣ ਨਾ ਆਵੇ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ, ਜਾਂ ਜਦੋਂ ਤੱਕ ਆਪਣੀਆਂ ਉਹਨਾਂ ਨੇ ਸ਼ਰਤਾਂ ਦੱਸੀਆਂ ਵੀ ਸਾਡੀਆਂ ਇਹ ਸਮੱਸਿਆਵਾਂ ਨੇ, ਜੇ ਤੁਸੀਂ ਇਹਨਾਂ ਨੂੰ ਹੱਲ ਨਹੀਂ ਕਰਦੇ ਤਾਂ ਸਾਡੇ ਪਿੰਡ ਦੇ ਵਿੱਚ ਬੜੇ ਉਹਨਾਂ ਨੇ ਛਿੱਤਰ ਤੁਹਾਨੂੰ ਪੈਣਗੇ। ਪਿਛਲੇ ਸਮਿਆਂ 'ਚ ਆਪਾਂ ਦੇਖਿਆ ਵੀ ਲੋਕਾਂ ਨੇ ਬਹੁਤਿਆਂ ਨਾਲ ਕੀਤੀਆਂ ਵੀ ਹੈ ਜਿਹੀਆਂ ਹਾਲਤਾਂ ਨੇ, ਤਾਂ ਹਾਲਤਾਂ ਕੁਛ ਕੁ ਬਦਲੀਆਂ ਨੇ ਪਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਬਹੁਤ ਜ਼ਿਆਦਾ ਬਦਲ ਗਈਆਂ ਨੇ। ਔਰਤਾਂ ਨੂੰ ਲੈ ਕੇ ਵੀ ਉਹ ਮਾਹੌਲ ਦਾ ਬਹੁਤ ਫਰਕ ਪੈਂਦਾ ਹੈ ਵੀ ਜਦੋਂ ਤੁਸੀਂ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਰਹਿ ਰਹੇ ਹੋ ਤਾਂ ਇੱਥੇ ਔਰਤਾਂ ਨੂੰ ਮੁਕਾਬਲਤਨ ਵੱਧ ਆਜ਼ਾਦੀ ਹੁੰਦੀ ਹੈ, ਲੜਕੀਆਂ ਨੂੰ ਵੀ। ਇੱਥੇ ਤੁਸੀਂ ਰਾਤ ਨੂੰ ਵੀ ਘੁੰਮ ਸਕਦੇ ਹੋ, ਹੈ ਨਾ, ਤੁਹਾਨੂੰ ਇੰਨੀ ਸਮੱਸਿਆ ਨਹੀਂ ਆ ਰਹੀ ਹੈਗੀ। ਪਰ ਜਦੋਂ ਤੁਸੀਂ ਉਹੀ ਪਿੰਡ ਦੇ ਵਿੱਚ ਜਾਂਦੇ ਹੋ ਤਾਂ ਤੁਸੀਂ 8-9 ਵਜੇ ਤੋਂ ਬਾਅਦ, ਕਿਉਂਕਿ ਸਾਰੀਆਂ ਗਲੀਆਂ ਹੀ ਸੁੰਨੀਆਂ ਹੋ ਜਾਂਦੀਆਂ ਨੇ, ਕੋਈ ਬਾਹਰ ਨਿਕਲਦਾ ਹੀ ਨਹੀਂ, ਇਸ ਕਰਕੇ ਤੁਹਾਨੂੰ ਸੁਰੱਖਿਆ ਦੀ ਚਿੰਤਾ ਰਹਿੰਦੀ ਵੀ ਹੈ। ਉੱਥੇ ਤਾਂ ਆਮ ਬੰਦਾ ਵੀ ਕੋਈ ਨਿਕਲਦਾ ਉਹਦੇ ਲਈ ਵੀ ਸੁਰੱਖਿਆ ਦੀ ਚਿੰਤਾ ਬਣ ਜਾਂਦੀ ਹੈ। ਇਸ ਕਰਕੇ ਮਾਹੌਲ ਦਾ ਬਹੁਤ ਫਰਕ ਪੈਂਦਾ ਪਿੰਡਾਂ ਦਾ ਤੇ ਸ਼ਹਿਰਾਂ ਦਾ। ਪਰ ਦੂਜਾ ਇਹ ਵੀ ਹੈ ਵੀ ਲੋਕਾਂ ਦੇ ਵਿੱਚ ਪਹਿਲਾਂ ਨਾਲੋਂ ਜਾਗਰੂਕਤਾ ਬਹੁਤ ਵਧੀਆ। ਮੈਨੂੰ ਉਮੀਦ ਤਾਂ ਇਹੀ ਹੈ ਵੀ ਸ਼ਾਇਦ ਹੋ ਸਕਦਾ ਲੋਕ ਉਸ ਤਰ੍ਹਾਂ ਨਾਲ ਵੋਟ ਨਾ ਪਾਉਣ, ਪਰ ਇਸ ਵੇਲੇ ਜਿਹੜੇ ਸਾਡੇ ਆਸ-ਪਾਸ ਆਲਟਰਨੇਟਿਵ ਦਿਖ ਵੀ ਰਹੇ ਨੇ ਉਹਨਾਂ ਵਿੱਚੋਂ ਵੀ ਫਿਰ ਬੰਦਾ ਕਿਹਨੂੰ, ਹੈ ਨਾ, ਵੀ ਕਾਂਗਰਸ ਵੀ ਉਹੀ ਹਾਲ ਹੈ, ਸਿੱਧੂ ਦੀ ਭਾਵੇਂ ਉਹਨਾਂ ਦੀ ਆਪਸ 'ਚ ਲੜਾਈ ਹੁੰਦੀ ਹੈ ਪਰ ਦੋਨਾਂ ਨੇ ਕਰਨਾ ਕੁਛ ਨਹੀਂ ਹੈਗਾ ਇਵੈਂਚੁਅਲੀ। ਉਵੇਂ ਹੀ ਅਕਾਲੀਆਂ ਦਾ ਵੀ ਇਹੀ ਹਾਲ ਹੈ ਵੀ ਅਸੀਂ ਤਾਂ ਹੀ ਚਲੋ ਦਲਿਤ ਚਿਹਰੇ ਦੀ ਗੱਲ ਕਰ ਲਾਂਗੇ, ਸ਼ਾਇਦ ਹੋ ਸਕਦਾ ਕਿਉਂਕਿ ਉਹ ਵੋਟ ਪੈਣੀ ਨਹੀਂ ਔਖੀ ਲੱਗ ਰਹੀ, ਉਹ ਪੈਣੀ, ਉਹ ਇੰਨੇ ਗੁੱਸੇ ਹੋ ਚੁੱਕੇ ਨੇ ਤਾਂ ਹੁਣ ਅਸੀਂ ਦੂਜੀ ਵੋਟ ਜਿਹਦੇ ਮੈਜੋਰਿਟੀ ਦੇ ਵਿੱਚ ਅਸੀਂ ਉਹਨੂੰ ਆਪਦੇ ਵੱਲ ਕੈਪਚਰ ਕਰੀਏ। ਕੋਸ਼ਿਸ਼ਾਂ ਪੂਰੀਆਂ ਇਹਨਾਂ ਦੀਆਂ ਲੱਗੀਆਂ ਹੋਈਆਂ ਨੇ ਪਰ ਲੋਕ ਪਹਿਲਾਂ ਨਾਲੋਂ ਬਹੁਤ ਸੁਚੇਤ ਹੋਏ ਨੇ ਸਮੇਂ ਦੇ ਨਾਲ। ਬਿਲਕੁਲ ਜਾਗਰੂਕਤਾ, ਜੇ ਅਸੀਂ ਲੋਕਾਂ ਦੇ ਵਿੱਚ ਅੱਡ-ਅੱਡ ਜਥੇਬੰਦੀਆਂ ਜਿਹੜੀਆਂ ਲੋਕਾਂ 'ਚ ਕੰਮ ਕਰਦੀਆਂ ਨੇ, ਪਿੰਡਾਂ ਦੇ ਵਿੱਚ ਵੀ ਕੰਮ ਕਰਨ ਤੇ ਸ਼ਹਿਰਾਂ ਦੇ ਵਿੱਚ ਕੰਮ ਕਰਨ, ਉਹਨਾਂ ਲੋਕਾਂ ਨੂੰ ਜਾਗਰੂਕ ਕਰਨ, ਕਿਉਂਕਿ ਮੁੱਖ ਗੱਲ ਇਹ ਨਹੀਂ ਹੁੰਦੀ ਵੀ ਤੁਹਾਡੇ ਉੱਤੇ ਲਿਆ ਕੇ ਕਿਹੜਾ ਬਿਠਾ ਦਿੱਤਾ ਜਾਂਦਾ, ਮੁੱਖ ਗੱਲ ਇਹ ਹੁੰਦੀ ਹੈ ਵੀ ਲੋਕ ਕਿੰਨੇ ਕੁ ਜਾਗਰੂਕ ਨੇ, ਲੋਕ ਸਰਕਾਰ ਤੋਂ ਆਪਣੀਆਂ ਮੰਗਾਂ ਕਿੰਨੀ ਕੁ ਤਾਕਤ ਦੇ ਨਾਲ ਮਨਵਾ ਸਕਦੇ ਨੇ। ਇਹ ਉਹੀ ਲੋਕ ਨੇ ਜਿਨ੍ਹਾਂ ਨੂੰ ਪਹਿਲਾਂ ਸੁਣਦੀ ਨਹੀਂ ਸੀ ਹੁੰਦੀ। ਪੰਜਾਬ ਸਰਕਾਰ ਨੇ ਕਿਹੜਾ ਪਹਿਲਾਂ ਸੁਣਿਆ ਹੈ? ਪੰਜਾਬ ਇਹਨਾਂ ਨੇ ਵੀ, ਬਾਦਲਾਂ ਨੇ ਵੀ ਪਹਿਲਾਂ ਤਾਂ ਕਾਨੂੰਨ ਦੀ ਹਮਾਇਤ ਹੀ ਕੀਤੀ ਸੀ ਨਾ। ਇਹਨਾਂ ਨੂੰ ਥੱਲੇ ਗੋਡਿਆਂ ਪਰਨੇ ਲੈ ਕੇ ਕੌਣ ਆਇਆ? ਇਹ ਇਹਨਾਂ ਲੋਕਾਂ ਦੀ ਤਾਕਤ ਨਹੀਂ ਲਿਆਂਦਾ। ਜਦੋਂ ਲੋਕਾਂ ਨੇ ਬੰਦ ਕਰਨ ਲੱਗ ਗਏ, ਪੂਰਾ ਦਾ ਪੂਰਾ ਪੰਜਾਬ ਇੱਕ ਟਾਈਮ ਤੇ ਠੱਪ ਹੋ ਗਿਆ ਸੀ, ਫਿਰ ਸਰਕਾਰ ਨੂੰ ਵੀ ਪਤਾ ਚੱਲ ਗਿਆ ਵੀ ਭਾਵੇਂ ਅਸੀਂ ਉੱਤੇ ਬੈਠੇ ਹਾਂ, ਭਾਵੇਂ ਮੁੱਖ ਮੰਤਰੀ ਮੈਂ ਬਣ ਚੁੱਕਿਆ, ਪਰ ਮੇਰੇ ਤੋਂ ਵੱਡੀ ਤਾਕਤ ਲੋਕਾਂ ਦੀ ਹੈ। ਇਸ ਕਰਕੇ ਇਹਨਾਂ ਦੀਆਂ ਮੰਗਾਂ ਦੇ ਮੂਹਰੇ ਤਾਂ ਮੈਂ ਭਾਵੇਂ ਅੰਦਰੋਂ ਅੰਦਰ ਹੀ ਉਹ ਇਹਦਾ ਸਮਰਥਨ ਕਰਦੇ ਹੋਣ ਕਿਉਂਕਿ ਉਹਨਾਂ ਨੂੰ ਵੀ ਫਾਇਦੇ ਹੋ ਸਕਦੇ ਨੇ, ਪਰ ਉਹਨਾਂ ਨੂੰ ਇਹਦਾ ਵਿਰੋਧ ਕਰਨਾ ਪਿਆ ਲੋਕਾਂ ਦੇ ਡੰਡੇ ਦੇ ਸਦਕਾ। ਇਸ ਕਰਕੇ ਪਿੰਡਾਂ 'ਚ ਵੀ ਮਾਹੌਲ ਬਦਲ ਸਕਦਾ, ਸ਼ਹਿਰਾਂ 'ਚ ਵੀ ਮਾਹੌਲ ਬਦਲ ਸਕਦਾ ਜੇ ਲੋਕਾਂ ਦਾ ਡੰਡਾ ਉੱਥੇ ਕਾਇਮ ਹੋਊਗਾ, ਜੇ ਲੋਕਾਂ ਦੀਆਂ ਜਥੇਬੰਦੀਆਂ ਤਗੜੀਆਂ ਹੋਣਗੀਆਂ। ਜੇ ਮੈਂ ਲਾਸਟ 'ਚ ਇਹੀ ਪੁੱਛਾਂ ਵੀ ਕੀ ਖਿਆਲ ਆਉਂਦਾ, ਕਿਹੋ ਜਿਹਾ ਪੰਜਾਬ ਚਾਹੀਦਾ? ਪੰਜਾਬ ਕਿਹੋ ਜਿਹਾ ਚਾਹੀਦਾ? ਮੈਨੂੰ ਲੱਗਦਾ ਵੀ ਭਗਤ ਸਿੰਘ ਨੇ ਕਿਹਾ ਸੀ, ਇੱਕ ਗੱਲ ਆਖੀ ਸੀ ਉਹਨਾਂ ਨੇ ਬਈ ਅਸੀਂ ਇੱਕ ਜੰਗ ਛੇੜੀ ਆ ਤੇ ਉਦੋਂ ਤੱਕ ਚੱਲਦੀ ਰਹੂਗੀ ਜਦੋਂ ਤੱਕ ਇੱਕ ਮਨੁੱਖ ਦੇ ਹੱਥੋਂ ਦੂਜੇ ਮਨੁੱਖ ਦੀ ਲੁੱਟ ਨਹੀਂ ਖਤਮ ਹੋ ਜਾਂਦੀ, ਜਦੋਂ ਤੱਕ ਇੱਥੇ ਬਰਾਬਰਤਾ ਦੇ ਆਧਾਰ ਤੇ ਇੱਕ ਸਮਾਜ ਨਹੀਂ ਆ ਜਾਂਦਾ। ਆਪਾਂ ਵੀ ਉਹੀ ਚਾਹੁੰਦੇ ਆ ਵੀ ਇੱਥੇ ਬਰਾਬਰਤਾ ਹੋਵੇ। ਹਰੇਕ ਮਨੁੱਖ ਆ ਜਿਹੜਾ ਉਹਨੂੰ ਜਿੰਨਾ ਉਹ ਮਤਲਬ ਉਹਦੀਆਂ ਬੇਸਿਕ ਜ਼ਰੂਰਤਾਂ ਨੂੰ ਪੂਰਾ ਕਰਨਾ ਇਹ ਸਰਕਾਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ। ਅਸੀਂ ਟੈਕਸ ਭਰਦੇ ਹਾਂ ਬਹੁਤ ਤੇ ਉਹਨੂੰ ਰੁਜ਼ਗਾਰ ਦੇਣਾ, ਉਹਨੂੰ ਮੁੱਖ ਜਿਹੜੀਆਂ ਬੇਸਿਕ ਚੀਜ਼ਾਂ ਨੇ ਉਹ ਵੀ ਦੇਣਾ ਸਰਕਾਰ ਦੀ ਅੱਜ ਜ਼ਿੰਮੇਵਾਰੀ ਬਣਦੀ ਹੈ। ਇਸ ਕਰਕੇ ਉਹਦੀ ਇੱਕ ਜ਼ਿੰਦਗੀ ਆ ਜਿਹੜੀ ਉਹ ਜਿਉਣ ਲਾਇਕ ਹੋਵੇ, ਕੋਈ ਇੱਕ ਦੂਜੇ ਦੀ ਲੁੱਟ ਨਾ ਕਰੇ, ਬਰਾਬਰਤਾ ਦੇ ਆਧਾਰ ਤੇ ਘੱਟੋ ਘੱਟ ਇਹ ਸਮਾਜ ਹੋਵੇ, ਜੋਕਾਂ ਇੱਥੋਂ ਖਤਮ ਹੋਣ ਤੇ ਲੋਕਾਂ ਦੀਆਂ ਸਰਕਾਰਾਂ ਹੋਣ, ਲੋਕ ਇੱਥੇ ਆਪ ਰਾਜ ਕਰਨ। ਮੈਨੂੰ ਲੱਗਦਾ ਵੀ ਉਹੋ ਜਿਹਾ ਇੱਕ ਸਮਾਜ ਅਸੀਂ ਚਾਹੁੰਦੇ ਹਾਂ। ਬਹੁਤ ਸ਼ੁਕਰੀਆ ਅਮਨ, ਬਹੁਤ ਬਹੁਤ ਧੰਨਵਾਦ ਜੀ। ਦੇਖੋ ਗੱਲ ਉੱਥੇ ਹੀ ਆਉਂਦੀ ਆ ਨਾ,
ਇਹ ਗੱਲਾਂ ਜਿਹੜੀਆਂ ਅਸੀਂ ਲੈ ਕੇ ਆਏ ਆ ਇਹ ਕਿਉਂ ਜ਼ਰੂਰੀ ਹੋ ਜਾਂਦੀਆਂ ਨੇ? ਕਿਉਂਕਿ ਜਦੋਂ ਰਵਾਇਤੀ ਧਿਰਾਂ ਨੂੰ ਅਸੀਂ ਸੁਣਦੇ ਹਾਂ, ਉਹੀ ਚਿਹਰਿਆਂ ਨੂੰ ਸੁਣਦੇ ਹਾਂ ਜਿਹੜੇ ਅਸੀਂ ਸਾਲਾਂ ਤੋਂ ਸੁਣਦੇ ਆ ਰਹੇ ਹਾਂ, ਤਾਂ ਉਹੀ ਗੱਲਾਂ ਹੋਣਗੀਆਂ ਕਿ ਫਲਾਣੇ ਨੇ ਜੀ ਸਾਡੇ ਧਰਮ ਨਾਲ ਇਹ ਕੀਤਾ, ਸਾਡੀ ਜ਼ਾਤ ਜਿਹੜੀ ਆ ਉਹ ਤਾਂ ਇਹਨਾਂ ਨੂੰ ਵੋਟ ਪਾਉਂਦੀ ਆਈ ਆ। ਜ਼ਮੀਨੀ ਮੁੱਦੇ ਜਿਹੜੇ ਨੇ ਉਹ ਬਹੁਤ ਘੱਟ ਵਿਚਾਰੇ ਜਾਂਦੇ ਨੇ। ਮੁਫਤਖੋਰੀ ਦੀ ਰਾਜਨੀਤੀ ਜਿਹੜੀ ਆ ਉਹ ਪਹਿਲਾਂ ਨਾਲੋਂ ਹੋਰ ਵੱਧ ਗਈ। ਇੱਕ ਵੇਲੇ ਕਿਹਾ ਜਾਂਦਾ ਸੀਗਾ ਕਿ ਜਿਹੜੀ ਰਿਜ਼ਰਵੇਸ਼ਨ ਆ ਉਹ ਦੇਸ਼ ਨੂੰ ਪਿੱਛੇ ਲੈ ਗਈ, ਪਰ ਕੀ ਅਸੀਂ ਜਾਣਦੇ ਹਾਂ ਵੀ ਰਿਜ਼ਰਵੇਸ਼ਨ ਤਾਂ ਵਧੀ ਰਹੀ ਆ, ਉਹ ਘਟ ਕਿੱਥੇ ਰਹੀ ਆ? ਸੋ ਇਹ ਸਾਰੇ ਮਸਲੇ ਜਿਹੜੇ ਨੇ ਇਹ ਰਾਜਨੀਤਿਕ ਮਸਲੇ ਨੇ, ਇਹ ਵੋਟਾਂ ਦੇ ਵਿੱਚ ਸਾਹਮਣੇ ਆਉਣੇ ਚਾਹੀਦੇ ਨੇ। ਪਰ ਬੜੇ ਸ਼ਾਤਰ ਦਿਮਾਗ ਹੁੰਦੇ ਨੇ ਪਾਰਟੀਆਂ ਦੇ ਪਿੱਛੇ ਜਿਹੜੇ ਇਹਨਾਂ ਮੁੱਦਿਆਂ ਨੂੰ ਬਹੁਤ ਪਿੱਛੇ ਕਰ ਦਿੰਦੇ ਨੇ, ਤੇ ਕੁਝ ਹੋਰ ਮੁੱਦੇ ਹੁੰਦੇ ਨੇ ਜਿਹੜੇ ਸਾਡੇ ਮਨਾਂ ਦੇ ਵਿੱਚ ਵੀ ਘਰ ਕਰ ਜਾਂਦੇ ਨੇ। ਸੋ ਕੋਸ਼ਿਸ਼ ਕਰੀਏ ਕਿ ਜ਼ਮੀਨ ਨਾਲ ਜੁੜੀਆਂ ਹੋਈਆਂ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਸਮਝੀਏ ਤੇ ਅੱਗੇ ਪਹੁੰਚਾਉਣ ਦੀ ਵੀ ਜਿਹੜੀ ਆ ਕੋਸ਼ਿਸ਼ ਕਰੀਏ।